वाहिगुरु 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 वाहिगुरु। वाहिगुरु जी का खालसा वाहिगुरु जी की फतेह। गुरमुख प्यारिओ, सच्चे पातशाह दी गुरबाणी दा आसरा लैके आओ, अपने अपने मनां नूं एकागर करिए ते शब्द दी विचार दे नाल जुड़न दा यतन करिए। गुरबाणी ऐसे गुरमुख ऐसे भगतां दी बाणी है जिहड़े गुरु दी शरण दे विच गए, शब्द दे नाल नाम दे नाल उन्हां दी लिव जुड़ी, शब्द विच ध्यान जुड़दा ही वो सच दे सन्मुख होए। उन्होंने उस सच निराकार दे दर्शन किए, फिर उस दे सन्मुख हो के उस दे गुण गाए, उस दी वडियाई कीती है। जागे हुए मनां दी उस्तत जो उस सच्चे घर दे विच बैठ के, सच्चे दरबार दे विच बैठ के, सन्मुख बैठ के कीती गई, उसनूं महाराज ने गुरबाणी दा खिताब दिता है ते फरमाया है, सब नाद वेद गुरबाणी, मन तन रता सारंग पाणी। ये गुरबाणी प्यार दी कहानी है, विछड़े हुए मन दे मिलाप दी कहानी है, जो उस पति परमेश्वर नूं मिलिया। सो उन्हां ही मनां दे उपर इस दा असर पैंदा है जिहड़े परमात्मा नूं मिलण दी तांग रखदे ने, जिहड़े परमात्मा नूं मिलण दी खिच रखदे ने, विराग रखदे ने, ਉਹ ही इस गुरबाणी दी कीमत नूं समझदे ने। जो संसारी है वो गुरु दी बाणी नूं नहीं समझदा, नहीं विचारदा, उस दा जो सुभाਅ है वो ऐसी अवस्था विच ही रहिंदा है जिस तरह कमल दे कोल रहिंदा होया डड्डू गंदगी तक सीमित रहिंदा है, कमल दी खुशबू तो वो वांझा रह जाता है। इस तरह जिहड़ा भौरा है उसनूं पता है भी किस तरह जो भौरा जो कमल दी फुल दी खुशबू है उस दी खिच उस दे अंदर पैदा हुंदी है। इस तरह गुरमुख ही बाणी दी विचार कर सकते ने, गुरमुख ही बाणी दी विचार करते ने, उसनूं अमल विच लियाउंदे ने ते उस परमात्मा दे प्रति आपा समर्पण भाव करके चलते ने। जिस तरह भवरे दा आपा समर्पण है वो कमल दे विच इन्ना लीन हो जाता है भी वो खुशबू विच ही इन्ना आपा भुल जाता है भी रात पै जाती है वो उड़ना भुल जाता है ते उत्थे ही जदों आप दी जान गवा बैठता है।
ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਵੀ ਇਹ ਜੋ ਗੁਰਬਾਣੀ ਹੈ ਇਹ ਮਨਾਂ ਦੀ, ਜਾਗੇ ਹੋਏ ਮਨਾਂ ਦੀ, ਗੁਰਮੁਖਾਂ ਦੀ ਬਾਣੀ ਹੈ, ਜਿਹੜੇ ਉਸ ਸੱਚ ਦੇ ਆਸ਼ਕ ਨੇ, ਸੱਚ ਦੇ ਨਾਮ ਦੇ ਵਪਾਰੀ ਨੇ, ਕਿਉਂਕਿ ਉਹ ਉਸ ਸੱਚ ਦੇ ਪ੍ਰਤੀ ਸਮਰਪਿਤ ਹੁੰਦੇ ਨੇ। ਸਮਰਪਿਤ ਭਾਵਨਾ ਹੀ ਪਰਮਾਤਮਾ ਨੂੰ ਅੱਛੀ ਲੱਗਦੀ ਹੈ। ਦੋ ਪਾਸੇ ਤੁਰਿਆ ਹੋਇਆ ਮਨ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਗਿਣਿਆ ਜਾਂਦਾ। ਉਹੀ ਮਨ ਉਸ ਨਿੱਜ ਘਰ ਦੇ ਵਿੱਚ ਤੇ ਪਰਲੋਕ ਦੇ ਵਿੱਚ ਪ੍ਰਵੇਸ਼ ਕਰਦਾ ਹੈ ਜਿਸ ਦਾ ਸ਼ਬਦ ਦੇ ਨਾਲ ਜੁੜਿਆ ਹੋਵੇ, ਸ਼ਬਦ ਦੇ ਵਿੱਚ ਰੰਗਿਆ ਹੋਵੇ, ਜਿਹੜਾ ਮਾਇਆ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਗੱਲ ਉਤੋਂ ਸ਼ਬਦ ਦੀ ਕਰੇ ਜਾਂ ਗੱਲ ਉਤੋਂ ਪਰਮਾਤਮਾ ਦੀ ਕਰੇ, ਉਸ ਮਨ ਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਖੋਟਾ ਸਮਝ ਕੇ ਉਹ ਪਾਸੇ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ, ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਏ। ਆਓ ਉਸ ਪ੍ਰੇਮ ਕਹਾਣੀ ਨੂੰ ਹੀ ਅੱਜ ਆਪਾਂ ਥੋੜ੍ਹਾ ਜਿਹਾ ਵਿਚਾਰਨਾ ਹੈ ਕਿ ਗੁਰਮੁਖ ਜਿਹੜੇ ਨੇ ਉਹ ਕਿਸ ਤਰ੍ਹਾਂ ਸੱਚੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਕਿਸ ਤਰ੍ਹਾਂ ਉਹ ਸੰਸਾਰ ਦੇ ਵਿੱਚੋਂ ਨਿਕਲ ਕੇ ਮਾਇਆ ਦੇ ਦੇਸ਼ ਵਿੱਚੋਂ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦੇ ਨੇ ਤੇ ਗੁਰੂ ਨੂੰ ਆਪਾ ਸਮਰਪਣ ਕਰਕੇ ਉਹ ਉਸ ਅਵਸਥਾ ਵਿੱਚ ਚਲੇ ਜਾਂਦੇ ਨੇ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਗੁਰਮੁਖ ਮਰੇ ਜੀਵੇ ਪ੍ਰਵਾਨ, ਆਰਜਾ ਨਾ ਚੀਜੈ ਸ਼ਬਦ ਪਛਾਣ। ਆਓ ਇੱਕ ਐਸੇ ਮਨ ਦੀ ਹੁਣ ਕਹਾਣੀ ਲੈ ਕੇ ਚੱਲਾਂਗੇ। ਇਹ ਗੁਰਮੁਖ ਜੋ ਗੁਰਬਾਣੀ ਵਿੱਚ ਬੈਠੇ ਹੋਏ ਨੇ ਉਹ ਆਪਾਂ ਨੂੰ ਸਮਝਾ ਰਹੇ ਨੇ, ਆਪਾਂ ਉਹਨਾਂ ਤੋਂ ਸਮਝ ਰਹੇ ਹਾਂ, ਉਹਨਾਂ ਦੇ ਬਚਨਾਂ ਤੋਂ ਸਿੱਖ ਰਹੇ ਹਾਂ। ਉਹ ਸਾਨੂੰ ਸੇਧ ਦੇ ਰਹੇ ਨੇ, ਉਹ ਸਾਡੀ ਅਗਵਾਈ ਕਰ ਰਹੇ ਨੇ। ਜੇ ਅਸੀਂ ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਬੱਚਾ ਬਜ਼ੁਰਗਾਂ ਕੋਲ ਬੈਠੇ ਬਜ਼ੁਰਗਾਂ ਦੀ ਵਿਚਾਰ ਨੂੰ ਸੁਣੇ, ਉਸ ਦਾ ਤਜਰਬਾ ਕਾਫੀ ਵੱਧ ਜਾਂਦਾ ਹੈ। ਉਹ ਸਿਆਣਾ ਹੋ ਕੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲੈ ਸਕਦਾ ਹੈ। ਇਸੇ ਤਰ੍ਹਾਂ ਜੇ ਆਪਣੇ ਵਿੱਚੋਂ ਜਿਹੜੇ ਗੁਰਮੁਖ ਨੇ, ਜੇ ਅਸੀਂ ਗੁਰਮੁਖਾਂ ਦੀ ਸੰਗਤ ਕਰਦੇ ਹੋਏ ਗੁਰਬਾਣੀ ਦੇ ਨਾਲ ਆਪ ਦੀ ਨੇੜਤਾ ਬਣਾਈਏ, ਗੁਰਬਾਣੀ ਦੇ ਵਿੱਚ ਬੈਠੇ ਹੋਏ ਸਾਧੂਆਂ ਦੀ, ਸੰਤਾਂ ਦੀ ਵਿਚਾਰਾਂ ਨੂੰ ਸੁਣੀਏ ਤੇ ਉਸ ਵਿਚਾਰਾਂ ਨੂੰ ਲਗਾਤਾਰ ਸੁਣਨ ਦੇ ਨਾਲ ਸਾਡਾ ਜੋ ਜੀਵਨ ਪੱਧਰ ਹੈ ਉਹ ਕਾਫੀ ਉੱਚਾ ਹੋ ਜਾਂਦਾ ਹੈ। ਜਿਵੇਂ ਸੰਸਾਰ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਵੱਡੇ ਦੇ ਨਾਲ ਨੇੜਤਾ ਬਣੇ, ਵੱਡੇ ਦੇ ਨੇੜੇ ਹੋਇਆ ਜਾਏ, ਕਿਉਂਕਿ ਉਸ ਤੋਂ ਕੰਮ ਪੈਂਦੇ ਨੇ। ਸੰਸਾਰ ਵਿੱਚ ਮਾਇਆ ਦੀ ਵਡਿਆਈ ਹੈ, ਮਾਇਆ ਦੀ ਨੇੜਤਾ ਬਣਾਉਣਾ ਚਾਹੁੰਦਾ ਹੈ ਜੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਜੇ ਆਪਾਂ ਗੁਰਬਾਣੀ ਦੇ ਵਿੱਚ ਬੈਠੇ ਹੋਏ ਗੁਰਮੁਖਾਂ ਦਾ ਸੰਗ ਕਰੀਏ ਤੇ ਸਾਡੀ ਜਿਹੜੀ ਨੇੜਤਾ ਹੈ ਉਹ ਪਰਮਾਤਮਾ ਦੇ ਨਾਲ ਬਣ ਜਾਂਦੀ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ, ਜਨਮ ਮਰਨ ਭ੍ਰਮ ਕੱਟੀਐ ਤਾਂ ਸੁਖ ਹੋਵੇ ਮਿੱਤ। ਫਿਰ ਸਾਡਾ ਪਰਮਾਤਮਾ ਦੇ ਨਾਲ ਨੇੜਤਾ ਬਣਨ ਦੇ ਨਾਲ ਸਾਡਾ ਉਸ ਘਰ ਦੇ ਵਿੱਚ ਆਉਣਾ ਜਾਣਾ ਹੋ ਜਾਂਦਾ ਹੈ, ਕਿਉਂਕਿ ਅਸੀਂ ਉਸ ਦੇ ਨੌਕਰਾਂ ਦੇ ਨਾਲ ਜੁੜੇ, ਜਿਨ੍ਹਾਂ ਨੂੰ ਉਸ ਦੇ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੁੰਦੀ ਹੈ। ਆਓ ਗੁਰਮੁਖਾਂ ਦੀ ਪ੍ਰੇਮ ਕਹਾਣੀ ਅੱਜ ਥੋੜ੍ਹੀ ਜਿਹੀ ਵਿਚਾਰਾਂਗੇ। ਇਹ ਇੱਕ ਮਨ ਹੈ ਜਿਸ ਨੂੰ ਪਰਮਾਤਮਾ ਨੇ ਨਿਸ਼ਚਿਤ ਸਵਾਸ, ਨਿਸ਼ਚਿਤ ਸਮਾਂ ਦੇ ਕੇ ਇਸ ਮਾਇਆ ਦੇ ਘਰ ਦੇ ਵਿੱਚ ਭੇਜਿਆ। ਜਦੋਂ ਮਨ ਸਰੀਰ ਵਿੱਚ ਆਇਆ, ਮਨ ਦੀ ਲਿਵ ਨਾਮ ਦੇ ਨਾਲੋਂ ਟੁੱਟ ਗਈ। ਮਨ ਪਾਉਣ ਵਿੱਚ ਜੁੜਿਆ, ਪਾਉਣ ਦਾ ਸੰਤੁਲਨ ਵਿਗੜ ਗਿਆ, ਚੰਦ ਸੂਰਜ ਦਾ ਸੰਤੁਲਨ ਵਿਗੜ ਗਿਆ, 10ਵੇਂ ਦੁਆਰ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਮਨ ਕਿੱਥੇ ਆ ਗਿਆ, ਜਿਸ ਨੂੰ ਗੁਰਬਾਣੀ ਦੇ ਵਿੱਚ ਭਵ ਸਾਗਰ ਕਿਹਾ ਗਿਆ। ਆਪਾਂ ਆਪਣੀ ਭਾਸ਼ਾ ਦੇ ਵਿੱਚ ਇਸ ਨੂੰ ਵਿਚਾਰ ਕਹਿ ਦਿੰਦੇ ਹਾਂ ਵੀ ਮਨ ਵਿਚਾਰਾਂ ਵਿੱਚ ਚਲਾ ਗਿਆ, ਫੁਰਨਿਆਂ ਵਿੱਚ ਚਲਾ ਗਿਆ। ਇਹ 9 ਦੁਆਰੇ ਪ੍ਰਗਟ ਹੋਏ। ਮਨ ਨੇ ਨੇਤਰਾਂ ਦੇ ਵਿੱਚ ਬੈਠ ਕੇ, ਇਸ ਧੀਰੀ ਦੇ ਵਿੱਚ ਬੈਠ ਕੇ ਜਿਉਂ ਹੀ ਜੋਤ ਦਾ ਇਸਤੇਮਾਲ ਕੀਤਾ, ਇਸ ਨੂੰ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ। ਹੁਣ ਇਹ ਨੇਤਰਾਂ ਵਿੱਚ ਬੈਠ ਕੇ 9 ਦਰਾਂ ਦਾ ਇਸਤੇਮਾਲ ਕਰ ਰਿਹਾ ਹੈ। 10ਵਾਂ ਦੁਆਰ ਨਿਜ ਮਹਿਲ ਦਾ ਦਰ, ਉਹ ਪਾਉਣ ਦਾ ਸੰਤੁਲਨ ਵਿਗੜਨ ਕਰਕੇ, ਸ਼ਬਦ ਨਾਲੋਂ ਲਿਵ ਟੁੱਟਣ ਕਰਕੇ ਉਹ ਦਰਵਾਜ਼ਾ ਬੰਦ ਹੋ ਗਿਆ।
ਜਿਉਂ ਹੀ 10ਵਾਂ ਦਰਵਾਜ਼ਾ ਬੰਦ ਹੋਇਆ, ਮਨ ਨੇਤਰਾਂ ਦੇ ਵਿੱਚ ਆ ਕੇ ਜੋਤ ਦਾ ਇਸਤੇਮਾਲ ਕਰਨ ਲੱਗਾ। ਹੁਣ ਇਸ ਨੇ ਜੋਤ ਦਾ ਇਸਤੇਮਾਲ ਕੀਤਾ ਹੈ ਇਸ ਤ੍ਰੈਲੋਕੀ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ। ਤ੍ਰੈ ਗੁਣਾਂ ਦੇ ਵਿੱਚ 3 ਲੋਕ ਨੇ, ਪਤਾਲ ਲੋਕ, ਭੂਮ ਲੋਕ, ਆਕਾਸ਼ ਲੋਕ। ਜਦੋਂ ਅਸੀਂ ਆਮ ਜੀਵ ਜਿਹੜਾ ਮਨ ਹੈ, ਜਦੋਂ ਇਹ ਗੁਰੂ ਦੀ ਮੱਤ ਤੋਂ ਬਿਨਾਂ ਇੱਥੇ ਆਉਂਦਾ ਹੈ, ਸ਼ਬਦ ਨਾਲੋਂ ਲਿਵ ਟੁੱਟਣ ਕਰਕੇ ਇੱਥੇ ਸੁਣਨ ਦੇ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਵਿਚਾਰਾਂ ਦੇ ਵਿੱਚ ਆ ਕੇ ਇਸ ਅਸਥੂਲ ਦੇ ਵਿੱਚ ਆ ਜਾਂਦਾ ਹੈ, ਦ੍ਰਿਸ਼ਟਮਾਨ ਨਾਲ ਜੁੜ ਜਾਂਦਾ ਹੈ। ਜੇ ਇਸ ਨੂੰ ਕਾਮ ਕ੍ਰੋਧ ਮੋਹ ਹੰਕਾਰ ਦੇ ਵਿਚਾਰ ਆਉਂਦੇ ਨੇ, ਉਸ ਨੂੰ ਗੁਰਬਾਣੀ ਦੇ ਵਿੱਚ ਤਮੋ ਗੁਣ ਕਿਹਾ ਗਿਆ ਹੈ, ਇਸ ਨੂੰ ਬਿਖ ਸਾਗਰ ਵੀ ਕਿਹਾ ਗਿਆ ਹੈ। ਜਦੋਂ ਇਸ ਨੂੰ ਭੂਮ ਲੋਕ ਦੇ, ਇਸ ਧਰਤੀ ਦੇ ਖੁਰਾਕ ਨੂੰ ਪ੍ਰਾਪਤ ਕਰਨ ਵਾਸਤੇ, ਇਸ ਜਿਹੜੇ ਸੁਖ ਨੇ ਮਾਇਆ ਦੇ ਦੇਸ਼ ਦੇ, ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਅੰਦਰ ਅਗਨ ਪ੍ਰਗਟ ਹੁੰਦੀ ਹੈ, ਉਹਨਾਂ ਨੂੰ ਪ੍ਰਾਪਤੀ ਵਾਸਤੇ ਇਸ ਨੂੰ ਅਗਨ ਸਾਗਰ ਗੁਰਬਾਣੀ ਵਿੱਚ ਕਿਹਾ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਥੋੜ੍ਹਾ ਜਿਹਾ ਕਿਤੇ ਸ਼ਾਂਤ ਹੋ ਜਾਂਦੇ ਹਾਂ, ਠਹਿਰਾਓ ਵਿੱਚ ਆ ਜਾਂਦੇ ਹਾਂ, ਕਿਤੇ ਨਾ ਕਿਤੇ ਸਾਡੇ ਅੰਦਰ ਸੁਖ ਦੀ ਲਹਿਰ ਆਉਂਦੀ ਹੈ, ਉਸ ਵਕਤ ਅਸੀਂ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ, ਸੰਤੋਖ ਇਹਨਾਂ ਵਿਚਾਰਾਂ ਦੇ ਵਿੱਚ ਚੱਲਦੇ ਹਾਂ। ਇਸ ਨੂੰ ਸੁਖ ਸਾਗਰ ਕਿਹਾ ਗਿਆ। ਇਸ ਸਾਰਿਆਂ ਨੂੰ ਕੁੱਲ ਮਿਲਾ ਕੇ ਗੁਰਬਾਣੀ ਵਿੱਚ ਭਵ ਸਾਗਰ ਕਹਿ ਦਿੱਤਾ ਗਿਆ। ਜਿਹੜੇ ਵਿਚਾਰ ਨੇ, ਤ੍ਰੈ ਗੁਣਾਂ ਦੇ ਵਿਚਾਰ ਫੁਰ ਨੇ। ਹੁਣ ਇਹਨਾਂ ਵਿਚਾਰਾਂ ਦੇ ਵਿੱਚ ਮਨ ਆ ਗਿਆ। ਵਿਚਾਰ ਕਾਲ ਦੀ ਸਰਕਾਰ ਹੈ, ਕਾਲ ਦਾ ਜਾਲ ਹੈ। ਜੇ ਤੁਸੀਂ ਵਿਚਾਰਾਂ ਵਿੱਚ ਹੋ, ਵਿਚਾਰ ਤੁਹਾਡੇ ਉੱਪਰ ਹਾਵੀ ਹੋ ਚੁੱਕੇ ਨੇ, ਤੁਸੀਂ ਆਪ ਮੁਹਾਰਾ ਹੀ ਵਿਚਾਰਾਂ ਵਿੱਚ ਤੁਹਾਡਾ ਮਨ ਤੁਰਿਆ ਫਿਰਦਾ ਹੈ, ਤੇ ਇਹ ਸਮਝ ਲਓ ਵੀ ਤੁਹਾਡੇ ਉੱਪਰ ਕਾਲ ਨੇ ਜਾਲ ਪਾਇਆ ਹੋਇਆ ਹੈ। ਤੁਸੀਂ ਉਸ ਦੇ ਜਾਲ ਵਿੱਚ ਫਸੇ ਹੋਏ ਹੋ ਤੇ ਤੜਫ ਰਹੇ ਹੋ। ਜਿਸ ਤਰ੍ਹਾਂ ਜਾਲ ਵਿੱਚ ਫਸਿਆ ਹੋਇਆ ਪੰਛੀ, ਉਹ ਤੜਫਦਾ ਹੈ, ਦੁਖੀ ਹੁੰਦਾ ਹੈ, ਕੋਸ਼ਿਸ਼ ਕਰਦਾ ਹੈ ਉਡਾਰੀ ਮਾਰਨ ਦੀ, ਦੁੱਖਾਂ ਵਿੱਚੋਂ ਉਸ ਤੋਂ ਆਜ਼ਾਦ ਹੋਣ ਦੀ, ਪਰ ਆਜ਼ਾਦ ਨਹੀਂ ਹੋ ਪਾਉਂਦਾ, ਕਿਉਂਕਿ ਉਸ ਦਾ ਜੋ ਕੰਟਰੋਲ ਹੈ ਉਹ ਸ਼ਿਕਾਰੀ ਦੇ ਪਾਸ ਹੁੰਦਾ ਹੈ। ਇਸੇ ਤਰ੍ਹਾਂ ਜੋ ਮਨ ਹੈ ਮਨਮੁਖ ਦਾ, ਉਸ ਦਾ ਕੰਟਰੋਲ ਕਾਲ ਦੇ ਪਾਸ ਹੁੰਦਾ ਹੈ। ਕਾਲ ਦੇ ਦੇਸ਼ ਵਿੱਚ ਫਸਿਆ ਹੋਇਆ ਮਨ ਕਦੀ ਲੋਭ ਲਹਿਰ ਵਿੱਚ ਆ ਕੇ ਤੜਫਦਾ ਹੈ, ਕਦੀ ਮੋਹ ਦੀ ਫਾਹੀ ਉਸ ਨੂੰ ਖਿੱਚ ਪੈਂਦੀ ਹੈ, ਉਹ ਤੜਫਦਾ ਹੈ, ਕਦੀ ਉਹ ਵਿਸ਼ਿਆਂ ਵਿਕਾਰਾਂ ਦੀ ਖਿੱਚ ਪੈਂਦੀ ਹੈ, ਤੜਫਦਾ ਹੈ। ਕਾਲ ਦੇ ਜਾਲ ਵਿੱਚ ਫਸਿਆ ਹੋਇਆ ਤੜਫਦਾ ਰਹਿੰਦਾ ਹੈ, ਲਹਿਰਾਂ ਦੇ ਵਿੱਚ ਡੁੱਬਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਜਿੰਨਾ ਚਿਰ ਇਹ ਤ੍ਰੈ ਗੁਣ ਨੇ, ਵਿਚਾਰ ਨੇ, ਫੁਰਨੇ ਨੇ, ਲਹਿਰਾਂ ਚੱਲਦੀਆਂ ਨੇ, ਉਹਨਾਂ ਚਿਰ ਮਨ ਆਪਦੇ ਘਰ ਵਾਪਸ ਨਹੀਂ ਜਾ ਸਕਦਾ। ਮਨ ਇਸ ਫੁਰਨਿਆਂ ਦੇ ਵਿੱਚ, ਭਵ ਸਾਗਰ ਦੇ ਵਿੱਚ ਹੀ ਦੁਖੀ ਹੁੰਦਾ ਰਹੇਗਾ। ਹੁਣ ਇਹ ਜੋ ਭਵ ਸਾਗਰ ਹੈ, ਇਹ ਸੁਣ ਵਿੱਚ ਹੈ। ਜੋ ਅਸੀਂ ਨੇਤਰ ਖੋਲ ਕੇ ਬਾਹਰ ਦ੍ਰਿਸ਼ਮਾਨ ਵਿੱਚ ਆਉਂਦੇ ਹਾਂ, ਇੱਥੇ ਸੁਣ ਵਿੱਚ ਆਉਂਦਿਆਂ ਹੀ ਇਹ ਜਿਹੜੇ ਕਾਲ ਦਾ ਦੇਸ਼ ਦਾ ਭਵ ਸਾਗਰ ਹੈ, ਇੱਥੇ ਮਨਮੁਖ ਜੋ ਹੈ ਆਪ ਦਾ ਧਿਆਨ ਲਾ ਬੈਠਦਾ ਹੈ। ਇੱਥੇ ਜਦੋਂ ਅਸੀਂ ਦ੍ਰਿਸ਼ਟੀ ਦਾ ਇਸਤੇਮਾਲ ਤ੍ਰਿਲੋਕੀ ਵਿੱਚ ਕਰਦੇ ਹਾਂ, ਇੱਥੇ ਗੁਰਬਾਣੀ ਵਿੱਚ ਸਾਡੀ ਦ੍ਰਿਸ਼ਟੀ ਨੂੰ ਬੇੜਾ ਵੀ ਕਿਹਾ ਗਿਆ ਹੈ। ਵੀ ਮਨਮੁਖ ਨੇ ਆਪ ਦਾ ਜੋ ਧਿਆਨ ਸੀ, ਬੇੜਾ ਸੀ, ਦ੍ਰਿਸ਼ਟੀ ਸੀ, ਉਹ ਭਵ ਸਾਗਰ ਦੇ ਵਿੱਚ ਠੇਲ ਦਿੱਤੀ। ਹੁਣ ਜਿਉਂ ਹੀ ਉਸ ਨੇ ਇਸ ਭਵ ਸਾਗਰ ਵਿੱਚ ਦ੍ਰਿਸ਼ਟੀ ਦਾ ਬੇੜਾ ਠੇਲਿਆ, ਲਹਿਰਾਂ ਉੱਠੀਆਂ, ਉਹਨਾਂ ਨੇ ਮਨਮੁਖ ਦਾ ਜੋ ਬੇੜਾ ਸੀ ਉਸ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਡੋਲਣਾ ਸ਼ੁਰੂ ਹੋ ਗਿਆ। ਹੁਣ ਜਦੋਂ ਉਹ ਬੇੜਾ ਡੋਲ ਰਿਹਾ ਹੈ, ਇਸ ਦੇ ਅੰਦਰ ਘਬਰਾਹਟ ਪੈਦਾ ਹੁੰਦੀ ਹੈ, ਹੋਰ ਤੰਗ ਹੋ ਜਾਂਦਾ ਹੈ। ਇਸ ਤਰੀਕੇ ਨਾਲ ਹੁਣ ਗੁਰਬਾਣੀ ਵਿੱਚ ਮਹਾਰਾਜ ਨੇ ਦੱਸਿਆ ਵੀ ਹੁਣ ਜਿਹੜਾ ਮਨਮੁਖ ਨੇ ਇੱਥੇ ਬੇੜਾ ਠੇਲਿਆ, ਜੇ ਇਹ ਇਕੱਠਾ ਕਰਨਾ ਸਿੱਖ ਗਿਆ, ਫਿਰ ਤਾਂ ਇਹ ਵਾਪਸ ਆਪਦੇ ਘਰ ਜਾ ਸਕਦਾ ਹੈ, ਨਿਜ ਮਹਿਲ ਦੇ ਰਾਹੀਂ ਆਪਦੇ ਮੂਲ ਨੂੰ, ਸੱਚ ਨੂੰ ਮਿਲ ਸਕਦਾ ਹੈ। ਤੇ ਜੇ ਇਸ ਨੇ ਆਪ ਦਾ ਧਿਆਨ ਕਵਰ ਨਾ ਕੀਤਾ, ਜੇ ਇਸ ਨੇ ਬੇੜੇ ਨੂੰ ਇਕੱਠਿਆ ਨਾ ਕੀਤਾ, ਅੰਤ ਸਮਾਂ ਆਏਗਾ, ਸਵਾਸਾਂ ਦੀ ਗੰਢ ਖੁੱਲੇਗੀ, ਉਦੋਂ ਇਹ ਭਵ ਸਾਗਰ ਹੋਰ ਤਗੜਾ ਹੋ ਕੇ ਉਛਾਲਾ ਮਾਰੇਗਾ।
ਉਦੋਂ ਫਿਰ ਇਸ ਨੂੰ ਕਿਨਾਰਾ ਨਜ਼ਰ ਨਹੀਂ ਆਏਗਾ। ਗੁਰਬਾਣੀ ਦੇ ਵਿੱਚ ਮਹਾਰਾਜ ਇਸ ਨੂੰ ਸਮਝਾਉਂਦੇ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਫਿਰ ਤਰਨਾ ਔਖਾ ਹੋ ਜਾਏਗਾ, ਕਿਉਂਕਿ ਇੱਥੇ ਕਾਲ ਸ਼ਿਕਾਰੀ ਦੀ ਤਰ੍ਹਾਂ, ਜਿਸ ਤਰ੍ਹਾਂ ਮੱਛੀ ਨੂੰ ਪਕੜਨ ਵਾਸਤੇ ਮਾਛੀ ਜਾਲ ਪਾਉਂਦਾ ਹੈ, ਉਸ ਦੇ ਮਨ ਭਾਉਂਦੀ ਖੁਰਾਕ ਉਹ ਕੁੰਡੀ ਦੇ ਵਿੱਚ ਲਾ ਕੇ ਉਸ ਨੂੰ ਸੁੱਟਦਾ ਹੈ ਪਾਣੀ ਦੇ ਵਿੱਚ। ਇਸੇ ਤਰ੍ਹਾਂ ਮਹਾਰਾਜ ਨੇ ਮਨ ਦਾ ਸੰਬੋਧਨ ਉਸ ਮੱਛੀ ਦੀ ਨਿਆਂ ਕੀਤਾ ਹੈ ਵੀ ਮੱਛੀ ਦੀ ਤਰ੍ਹਾਂ ਕਾਲ ਰੂਪੀ ਸ਼ਿਕਾਰੀ ਇਸ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚੋਂ ਕੋਈ ਨਾ ਕੋਈ ਚੋਗਾ ਪਾਉਂਦਾ ਹੈ। ਜਿਉਂ ਹੀ ਉਹ ਮਨ ਰੂਪੀ ਮੱਛੀ ਉਸ ਚੋਗੇ ਨੂੰ ਚੁਗਦੀ ਹੈ, ਕਾਲ ਦੇ ਜਾਲ ਵਿੱਚ ਫਸ ਜਾਂਦੀ ਹੈ। ਜੇ ਲਾਲਚ ਨਾ ਕਰੇ, ਗਹਿਰਾਈ ਵਿੱਚ ਚਲੀ ਜਾਏ, ਜਾਲ ਉੱਥੋਂ ਤੱਕ ਨਹੀਂ ਪਹੁੰਚੇਗਾ ਤੇ ਬਚ ਸਕਦੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਦੱਸਿਆ ਵੀ ਜੇ ਤਾਂ ਤੁਸੀਂ ਇਸ ਭਵ ਸਾਗਰ ਦੇ ਵਿੱਚ ਕਾਲ ਦੇ ਜਾਲ ਵਿੱਚ ਆ ਗਏ, ਲਾਲਚ ਵਿੱਚ ਆ ਗਏ, ਤੁਸੀਂ ਫਸ ਜਾਓਗੇ। ਮੋਹੇ ਮਛਲੀ ਤੁਮ ਨੀਰ। ਪਰਮਾਤਮਾ ਨੂੰ ਮਿਲਣ ਦੀ ਬਜਾਏ ਜਦੋਂ ਕਾਲ ਦੇ ਸ਼ਿਕਾਰ ਦੇ ਵਿੱਚ ਇਹ ਫਸ ਗਈ ਤੇ ਉਥੋਂ ਹੁਣ ਬਚਣ ਦਾ ਕੋਈ ਹੀਲਾ ਫਿਰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਇਹ ਮੱਛੀ ਦੀ ਤਰ੍ਹਾਂ ਉੱਥੇ ਫਸ ਗਿਆ, ਤੇ ਜਦੋਂ ਫਸ ਗਿਆ ਉਸ ਨੇ ਆਪ ਦੀ ਮਰਜ਼ੀ ਕੀਤੀ, ਇਸ ਨੇ ਆਪ ਦੀ ਜਾਨ ਗਵਾਉਣੀ ਪਈ। ਅੱਜ ਜੋ ਤੁਸੀਂ ਸੰਸਾਰ ਦੀ ਹਾਲਤ ਦੇਖਦੇ ਹੋ, ਇਹ ਉਸੇ ਮੱਛੀ ਦੀ ਤਰ੍ਹਾਂ ਹੈ ਜੋ ਇੱਕ ਸ਼ਿਕਾਰੀ ਦੇ ਕਬਜ਼ੇ ਵਿੱਚ ਹੈ ਤੇ ਤੜਫ ਰਹੀ ਹੈ। ਇਸੇ ਤਰ੍ਹਾਂ ਅੱਜ ਜੀਵ ਤੜਫ ਰਹੇ ਨੇ, ਕਿਸੇ ਨਾ ਕਿਸੇ ਵਿਚਾਰਾਂ ਦੇ ਖੇਲ ਦੇ ਵਿੱਚ ਉਲਝੇ ਹੋਏ ਨੇ, ਪਰੇਸ਼ਾਨ ਨੇ। ਐਸੀ ਅਵਸਥਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਉਣਾ ਕੀਤਾ ਵੀ ਜੇ ਇਸ ਨੇ ਜਾਲ ਦੀ ਪਛਾਣ ਆਪਾਂ ਕਰ ਲਈ ਤੇ ਬਚ ਸਕਦੇ ਹਾਂ। ਉਸ ਮੱਛੀ ਦੀ ਤਰ੍ਹਾਂ ਉੱਥੇ ਨਹੀਂ ਫਸਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ, ਅਤ ਸੋਹਣੀ ਸੁੰਦਰ ਕਿਉਂਕਿ ਤੋ ਵੇਸਾਹਾ। ਅਸੀਂ ਇਸ ਤੇ ਭਰੋਸਾ ਕਰ ਬੈਠਦੇ ਹਾਂ ਮਾਇਆ ਦੇ ਦੇਸ਼ ਵਿੱਚ ਆ ਕੇ, ਇਸ ਸ਼ਿਕਾਰੀ ਦੇ ਉੱਪਰ ਪ੍ਰਤੀਤ ਕਰ ਬੈਠਦੇ ਹਾਂ, ਮਾਇਆ ਦੇ ਨਾਲ ਮੋਹ ਪਾ ਬੈਠਦੇ ਹਾਂ ਤੇ ਇਹ ਸਾਨੂੰ ਪਕੜ ਲੈਂਦਾ ਹੈ। ਸੋ ਇਸ ਕਰਕੇ ਹੁਣ ਗੁਰਮੁਖਾਂ ਨੂੰ ਸਮਝਾ ਰਹੇ ਨੇ ਵੀ ਜਦੋਂ ਤੁਸੀਂ ਇਸ ਕਾਲ ਦੇ ਦੇਸ਼ ਵਿੱਚ ਆਓ, ਭਵ ਸਾਗਰ ਦੇ ਵਿੱਚ ਆਓ, ਇਸ ਬੇੜੇ ਨੂੰ ਬੰਨਣਾ ਸਿੱਖੋ। ਤੇ ਇਹ ਬੇੜਾ ਜਿਹੜਾ ਤੁਸੀਂ ਹੁਣ ਠੇਲਿਆ ਹੋਇਆ ਹੈ ਇੱਥੇ ਲਹਿਰਾਂ ਦੇ ਵਿੱਚ, ਇਹ ਦ੍ਰਿਸ਼ਟੀ ਦਾ ਬੇੜਾ, ਧਿਆਨ ਦਾ ਬੇੜਾ, ਸੁਰਤੀ ਇਸ ਨੂੰ ਕਹਿ ਲਓ, ਅਲੱਗ-ਅਲੱਗ ਸਟੇਜਾਂ ਤੇ ਇਸ ਦੇ ਵੱਖਰੇ ਵੱਖਰੇ ਨਾਂ ਨੇ। ਤੇ ਹੁਣ ਆਮ ਜੋ ਸਾਡਾ ਧਿਆਨ ਹੈ ਉਹ ਸਾਈਡਾਂ ਤੋਂ ਲੈ ਕੇ ਸਾਹਮਣੇ ਜਿੱਥੇ ਆਕਾਸ਼ ਅਤੇ ਧਰਤੀ ਆਪਸ ਵਿੱਚ ਮਿਲਦੇ ਨਜ਼ਰ ਆਉਂਦੇ ਨੇ, ਉਥੋਂ ਤੱਕ ਸਾਡੀ ਇਹ ਜੋ ਦ੍ਰਿਸ਼ਟੀ ਹੈ ਇਹ ਕੰਮ ਕਰਦੀ ਹੈ। ਸਕਾਈਲੈਂਡ ਤੱਕ, ਉਥੋਂ ਤੱਕ ਅਸੀਂ ਦੇਖ ਸਕਦੇ ਹਾਂ, ਇਸ ਦ੍ਰਿਸ਼ਟੀ ਦਾ ਇਸਤੇਮਾਲ ਕਰ ਸਕਦੇ ਹਾਂ ਤੇ ਸਾਡਾ ਧਿਆਨ ਉਥੋਂ ਤੱਕ ਖਿਲਰ ਜਾਂਦਾ ਹੈ। ਹੁਣ ਅਸੀਂ ਇਸ ਧਿਆਨ ਨੂੰ ਸ਼ਬਦ ਦੁਆਰਾ ਇਕੱਠਾ ਕਰਨਾ ਹੁੰਦਾ ਹੈ। ਕਈ ਅਣਜਾਣ ਪੁਣੇ ਦੇ ਵਿੱਚ ਗੁਰਮੁਖ ਉਹ ਇਸ ਧਿਆਨ ਨੂੰ ਸਿੱਧਾ ਹੀ ਇਕੱਠਿਆਂ ਕਰਨਾ ਚਾਹੁੰਦੇ ਨੇ, ਉਹ ਅਭਿਆਸ ਨਹੀਂ ਕਰਦੇ, ਉਹ ਸਿਮਰਨ ਨਹੀਂ ਕਰਦੇ, ਜਾਂ ਉਹ ਅੰਦਰਗਤ ਜੋ ਸ਼ਬਦ ਦਾ ਬੇੜਾ ਅੰਦਰ ਚੱਲ ਰਿਹਾ ਹੈ, ਨਾਦ ਪ੍ਰਗਟ ਹੈ, ਉਸ ਬੇੜੇ ਤੇ ਸਵਾਰ ਨਹੀਂ ਹੁੰਦੇ। ਉਹ ਚਾਹੁੰਦੇ ਨੇ ਵੀ ਸਿੱਧਾ ਹੀ ਧਿਆਨ ਨੂੰ ਇਸ ਬੇੜੇ, ਇਸ ਭਵ ਸਾਗਰ ਵਿੱਚੋਂ ਕਲੋਜ਼ ਕਰਕੇ ਅਸੀਂ ਭਵ ਸਾਗਰ ਵਿੱਚੋਂ ਨਿਕਲ ਜਾਵਾਂਗੇ। ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਇੱਥੇ ਆਮ ਜੀਵ ਦੇ ਵਸ ਨਹੀਂ ਵੀ ਉਹ ਐਡੀ ਜਲਦੀ ਇਸ ਧਿਆਨ ਨੂੰ ਵਿਚਾਰਾਂ ਦੇ ਵਿੱਚੋਂ ਕੱਢ ਕੇ ਤੇ ਅੰਤਰਗਤ ਸਿੱਧਾ 10ਵੇਂ ਦਵਾਰ ਵਿੱਚ ਬਿਠਾ ਲੇ। ਇਸ ਕਰਕੇ ਗੁਰੂ ਨੇ ਸ਼ਬਦ ਦਾ ਜਹਾਜ਼ ਦੱਸਿਆ ਹੈ। ਫਰਮਾ ਰਹੇ ਨੇ ਆਪਾਂ ਨੂੰ, ਸਤਿਗੁਰੂ ਹੈ ਬੋਹਿ ਥਾ ਸ਼ਬਦ ਲੰਘਾਵਣਹਾਰ, ਤਿੱਥੈ ਪਵਨ ਨਾ ਪਾਵ ਕੋ ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ ਭਵ ਜਲ ਤਾਰਨਹਾਰ। ਸੋ ਉਸ ਵਾਸਤੇ ਕਦੇ ਵੀ ਜੇ ਕੋਈ ਗੁਰਮੁਖ ਤੁਹਾਨੂੰ ਸਿੱਧਾ ਧਿਆਨ ਲਵਾ ਰਿਹਾ ਹੈ
ਵੀ ਤੁਹਾਨੂੰ ਸਿਮਰਨ ਦੀ ਲੋੜ ਨਹੀਂ ਜਾਂ ਤੁਹਾਨੂੰ ਅੰਤਰਗਤ ਬੈਠਣ ਦੀ ਲੋੜ ਨਹੀਂ, ਸਿੱਧਾ ਧਿਆਨ ਲਾਓ ਤੇ ਭਾਵ ਸਾਗਰ ਵਿੱਚੋਂ ਪਾਰ ਹੋ ਜਾਓਗੇ। ਇਹ ਅਧੂਰਾ ਗਿਆਨ ਹੁੰਦਾ ਹੈ। ਇਸ ਕਰਕੇ ਜੇ ਗੁਰੂ ਤੋਂ ਪੁੱਛਦੇ ਹਾਂ ਗੁਰਬਾਣੀ ਵਿੱਚ, ਉਹ ਸਾਨੂੰ ਦੱਸ ਰਹੇ ਨੇ ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੇ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਆਏ। ਹੁਣ ਅਸੀਂ ਸਤਿਗੁਰੂ ਦੇ ਹੁਕਮ ਵਿੱਚ ਆ ਕੇ ਜਦੋਂ ਸਵਾਰ ਹੋਣਾ ਹੈ, ਉਹ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਸ਼ਬਦ ਦੇ ਜਹਾਜ਼ ਦੇ ਸਵਾਰ ਹੋਵੋ। ਉਸ ਵਾਸਤੇ ਜਿਸ ਤਰ੍ਹਾਂ ਹੁਣ ਬਾਹਰ ਸਾਡਾ ਬੇੜਾ ਖਿੱਲਰ ਚੁੱਕਿਆ ਹੈ, ਇਸ ਨੂੰ ਗੁਰੂ ਦੇ ਸ਼ਬਦ ਦੁਆਰਾ ਇਕੱਠਿਆਂ ਕਰੋ, ਸੁਰਤੀ ਨੂੰ ਸ਼ਬਦ ਦੇ ਨਾਲ ਜੋੜੋ। ਜਿਵੇਂ ਜਿਵੇਂ ਇਹ ਬੇੜਾ ਇਕੱਠਾ ਹੋਏਗਾ, ਧਿਆਨ ਨੇੜੇ ਆਏਗਾ, ਵਿਚਾਰ ਜਿਹੜੇ ਨੇ ਉਹ ਤੁਹਾਡੇ ਉਹ ਰੁਕਣੇ ਸ਼ੁਰੂ ਹੋ ਜਾਣਗੇ। ਉਸ ਵਕਤ ਤੁਸੀਂ ਕਿਨਾਰੇ ਤੇ ਆ ਜਾਓਗੇ। ਕਿਨਾਰੇ ਤੇ ਆ ਕੇ ਫਿਰ ਨਿਜ ਘਰ ਵੱਲ ਸਫ਼ਰ ਕਰੋਗੇ। ਡੁੱਬਦੇ ਹੋਏ ਨੂੰ ਘਰ ਨਜ਼ਰ ਨਹੀਂ ਆਉਂਦਾ ਹੁੰਦਾ। ਜੇ ਆਖੀਏ ਵੀ ਡੁੱਬਦਾ ਹੋਇਆ ਘਰ ਦੀ ਪਛਾਣ ਕਰ ਸਕਦਾ ਹੈ, ਉਹ ਨਹੀਂ ਕਰ ਸਕਦਾ। ਉਹ ਪਹਿਲਾਂ ਤਾਂ ਬਚਣ ਦੀ ਕੋਸ਼ਿਸ਼ ਕਰੇਗਾ। ਇਸੇ ਤਰ੍ਹਾਂ ਵਿਚਾਰਾਂ ਦੇ ਵਿੱਚ ਕਦੇ ਵੀ ਧਿਆਨ ਨਹੀਂ ਟਿਕੇਗਾ ਜਿੰਨਾ ਚਿਰ ਤੁਸੀਂ ਪਹਿਲਾਂ ਸੁਣ ਵਿੱਚ ਪ੍ਰਵੇਸ਼ ਨਹੀਂ ਹੋਵੋਗੇ। ਸੁਣ ਵਿੱਚੋਂ ਸ਼ਬਦ ਪ੍ਰਗਟ ਹੋਵੇਗਾ, ਫਿਰ ਸ਼ਬਦ ਦੁਆਰਾ ਅੱਗੇ ਸਫ਼ਰ ਸ਼ੁਰੂ ਹੋਵੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਤਰੀਕਾ ਦੱਸਿਆ ਹੈ ਵੀ ਤੁਸੀਂ ਕੀ ਕਰੋ। ਜਿਹੜਾ ਇਹ ਭਵ ਸਾਗਰ ਹੈ, ਇਹ ਹੈ ਵਿਚਾਰਾਂ ਦੇ ਵਿੱਚ ਚਲਾ ਗਿਆ ਜਿੱਥੇ ਮਨ। ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਪਾਰ ਕਰੋ। ਭਵਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਏ। ਜਦੋਂ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਚੱਲੋਗੇ, ਵਿਚਾਰਾਂ ਵਿੱਚੋਂ ਨਿਕਲੋਗੇ, ਇਸ ਤਰੀਕੇ ਦੇ ਨਾਲ ਹੌਲੀ ਹੌਲੀ ਕਿਨਾਰੇ ਤੇ ਪ੍ਰਵੇਸ਼ ਹੁੰਦੇ ਜਾਓਗੇ। ਬੈਖਰੀ ਬਾਣੀ ਤੋਂ ਸਿਮਰਨ ਸ਼ੁਰੂ ਕਰਦਿਆਂ ਹੋਇਆਂ ਮੱਧਮ ਵਿੱਚ ਆਓਗੇ। ਮੱਧਮ ਤੋਂ ਸਿਮਰਨ ਸ਼ੁਰੂ ਕਰਦਿਆਂ ਅੰਤਰਗਤ ਹੋ ਜਾਓਗੇ, ਸਹਿਜ ਵਿੱਚ ਚਲੇ ਜਾਓਗੇ। ਐਸੀ ਅਵਸਥਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਉਦਾਹਰਨ ਆਪਾਂ ਨੂੰ ਦੇ ਰਹੇ ਨੇ ਭਗਤ ਫਰੀਦ ਜੀ ਦੀ। ਭਗਤ ਫਰੀਦ ਜੀ ਆਪਾਂ ਨੂੰ ਦੱਸ ਰਹੇ ਨੇ ਵੀ ਜੋ ਸਾਡਾ ਮਨ ਸੀ ਉਹ ਵੀ ਇਸ ਭਵ ਸਾਗਰ ਵਿੱਚ ਚਲਾ ਗਿਆ, ਵਿਚਾਰਾਂ ਵਿੱਚ ਚਲਾ ਗਿਆ। ਸਾਰਾ ਦਿਨ ਜੋ ਹੈ ਉਹ ਵਿਚਾਰਾਂ ਵਿੱਚ ਹੀ ਲੰਘ ਗਿਆ। ਰਾਤ ਆ ਗਈ। ਹੁਣ ਜਦੋਂ ਆਪਾਂ ਖੇਲ ਨੂੰ ਸਮਝਦੇ ਹਾਂ, ਜਦੋਂ ਰਾਤ ਪੈਂਦੀ ਹੈ, ਜਿਹੜਾ ਮਨ ਹੈ ਉਹ ਵਾਪਸ ਚਲਾ ਜਾਂਦਾ ਹੈ। ਇਸ ਸਰੀਰ ਨੂੰ ਛੱਡ ਕੇ ਅਸੀਂ ਸੌਂ ਜਾਂਦੇ ਹਾਂ। ਸਾਨੂੰ ਸਰੀਰ ਭੁੱਲ ਜਾਂਦਾ ਹੈ, ਘਰ ਭੁੱਲ ਜਾਂਦਾ ਹੈ, ਪਰਿਵਾਰ ਭੁੱਲ ਜਾਂਦਾ ਹੈ। ਹੁਣ ਬਾਬਾ ਫਰੀਦ ਜੀ ਬਚਨ ਕਰਨ ਲੱਗੇ ਵੀ ਸਾਰੀ ਦਿਹਾੜੀ ਜੋ ਮੇਰਾ ਮਨ ਸੀ ਉਹ ਇੱਥੇ ਫਿਰਦਾ ਰਿਹਾ। ਰਾਤ ਪੈ ਗਈ। ਉਧਰੋਂ ਆਵਾਜ਼ ਆ ਰਹੀ ਹੈ ਸ਼ਬਦ ਦੀ, ਕਿਉਂਕਿ ਉਹ ਗੁਰੂ ਵਾਲੇ ਸੀ, ਸ਼ਬਦ ਦਾ ਭੇਤ ਸੀ। ਤੇ ਗੁਰਬਾਣੀ ਵਿੱਚ ਦੱਸ ਰਹੇ ਨੇ ਵੀ ਸ਼ਬਦ ਦਾ ਸੰਦੇਸ਼ਾ ਵੀ ਆ ਰਿਹਾ ਹੈ, ਅੰਦਰ ਸ਼ਬਦ ਪ੍ਰਗਟ ਵੀ ਹੋ ਰਿਹਾ ਹੈ, ਪਰ ਵਿਚਾਰ ਵੀ ਨਹੀਂ ਰੁਕ ਰਹੇ। ਹੁਣ ਕਿਸ ਤਰ੍ਹਾਂ ਅੱਗੇ ਸਫ਼ਰ ਕੀਤਾ ਜਾਏ? ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਆਪਾਂ ਨੂੰ, ਦੁੱਖ ਫਰੀਦਾ ਦੁੱਖਾਂ ਸੇਤੀ ਦੇ ਹੋ ਗਿਆ, 16 ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕਪਰਵਾਤ। ਵੀ ਇੱਕ ਪਾਸੇ ਬੇੜਾ ਜਿਹੜਾ ਸ਼ਬਦ ਰੂਪੀ ਨਾਮ ਨਾਭ ਘਾਟ ਤੇ ਜਿੱਥੇ ਸਾਡਾ ਬੇੜਾ ਪੈਂਦਾ ਹੈ ਸ਼ਬਦ ਦਾ, ਉਥੋਂ ਸ਼ਬਦ ਪ੍ਰਗਟ ਵੀ ਹੋ ਰਿਹਾ ਹੈ, ਨਾਮ ਦੀ ਆਵਾਜ਼ ਵੀ ਆ ਰਹੀ ਹੈ। ਤੇ ਦੂਸਰੇ ਪਾਸੇ ਕਾਲ ਇਧਰ ਆਵਾਜ਼ਾਂ ਦੇ ਰਿਹਾ ਹੈ, ਫੁਰਨੇ ਪੈਦਾ ਕਰ ਰਿਹਾ ਹੈ। ਹੁਣ ਉਹ ਇੱਥੇ ਦੱਸ ਰਹੇ ਨੇ ਆਪਾਂ ਨੂੰ ਕਿ ਕਿਵੇਂ ਪਾਰ ਟੱਪਿਆ ਜਾਏ। ਇਹ ਹੁਣ ਸਹਿਜ ਵਿੱਚ ਇਹ ਪ੍ਰੈਕਟੀਕਲ ਹੈ, ਇਹ ਗੱਲਾਂ ਬਾਤਾਂ ਨਹੀਂ। ਸਾਰੀ ਉਮਰ ਬਾਬਾ ਫਰੀਦ ਜੀ ਕਿੰਨਾ ਕੁਝ ਕਰਦੇ ਰਹੇ, ਫਿਰ ਕਿਤੇ ਜਾ ਕੇ ਗੁਰੂ ਮਿਲਿਆ ਤੇ ਫਿਰ ਸ਼ਬਦ ਦਾ ਪਤਾ ਲੱਗਾ ਹੈ। ਤੇ ਫਿਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਸੰਸਾਰ ਦੇ ਵਿੱਚੋਂ, ਭਵ ਸਾਗਰ ਦੇ ਵਿੱਚੋਂ ਕਿਵੇਂ ਨਾਮ ਦੁਆਰਾ ਅਸੀਂ ਤਰਨਾ ਹੈ। ਤੇ ਹੁਣ ਉਹ ਆਪਾਂ ਨੂੰ ਦੱਸ ਰਹੇ ਨੇ ਵੀ ਜੇ ਤੁਸੀਂ ਇਥੋਂ ਹੁਣ ਪਾਰ ਹੋਣਾ ਹੈ, ਉਸ ਵਾਸਤੇ ਸਹਿਜ ਵਿੱਚ ਚਲੇ ਜਾਓ।
ਆਪਦੇ ਧਿਆਨ ਨੂੰ ਸ਼ਬਦ ਦੁਆਰਾ ਉਲਟਾ ਲੈ ਕੇ ਚਲੋ। ਹੁਣ ਤੁਸੀਂ ਨੇਤਰ ਖੋਲ ਕੇ ਬਾਹਰ ਦੇਖਦੇ ਹੋ, ਹੁਣ ਨੇਤਰ ਬੰਦ ਕਰ ਲਓ, ਧਿਆਨ ਨੂੰ ਸ਼ਬਦ ਦੀ ਆਵਾਜ਼ ਵਿੱਚ ਲਾਓ ਤੇ ਕੀ ਕਰੋ। ਫਰਮਾ ਰਹੇ ਨੇ ਇੱਥੇ, ਸਾਇਰ ਸਬਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੇ, ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਮਾਵੇ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰਾਂ ਆਉਣ ਤੇ ਜਿਹੜਾ ਸਿਆਣਾ ਮਲਾਹ ਹੈ ਉਹ ਆਪ ਦਾ ਬੇੜਾ ਵਾਪਸ ਕਿਨਾਰੇ ਨਾਲ ਬੰਨ੍ਹ ਲੈਂਦਾ ਹੈ। ਜਦੋਂ ਲਹਿਰਾਂ ਸ਼ਾਂਤ ਹੋ ਜਾਂਦੀਆਂ ਨੇ ਬਾਅਦ ਵਿੱਚ ਬੇੜਾ ਠੇਲ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਸੰਸਾਰ ਵਿੱਚ ਦੇਖੋ ਕਿ ਜ਼ਿਆਦਾ ਵਿਚਾਰ ਚੱਲ ਰਹੇ ਨੇ, ਕਾਲ ਦਾ ਜ਼ੋਰ ਵੱਧ ਗਿਆ ਹੈ, ਤੁਸੀਂ ਅੰਤਰਗਤ ਆ ਜਾਓ, ਤੁਸੀਂ ਸ਼ਬਦ ਦੇ ਜਹਾਜ਼ ਤੇ ਸਵਾਰ ਹੋ ਜਾਓ, ਕਿਨਾਰੇ ਤੇ ਆ ਜਾਓਗੇ। ਤੇ ਜਦੋਂ ਤੁਸੀਂ ਦੇਖੋ ਵੀ ਹੁਣ ਵਿਚਾਰ ਘਟ ਗਏ ਨੇ, ਸ਼ਾਂਤੀ ਹੈ, ਠਹਿਰਾਓ ਵਿੱਚ ਆ ਗਿਆ ਹੈ ਖੇਲ, ਉਦੋਂ ਤੁਸੀਂ ਇਸ ਬੇੜੇ ਤੇ ਸਵਾਰ ਹੋ ਕੇ ਅੱਗੇ ਜਾ ਸਕਦੇ ਹੋ। ਇਸ ਤਰ੍ਹਾਂ ਗੁਣਾਂ ਵਿੱਚ ਵਿਚਰ ਸਕਦੇ ਹੋ ਤੇ ਤੁਹਾਡਾ ਜਿਹੜਾ ਮਨ ਦਾ ਸੰਤੁਲਨ ਹੈ ਉਹ ਵਿਗੜੇਗਾ ਨਹੀਂ। ਸੋ ਐਸੀ ਅਵਸਥਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਹੁਣ ਤੁਸੀਂ ਕੀ ਕਰੋ, ਉਲਟਾ ਸਫ਼ਰ ਕਰਨਾ ਹੈ। ਉਲਟੀ ਨਾਵ ਤਰਾਵੇ, ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਮਾਵੇ। ਹੁਣ ਅਸੀਂ ਸਹਿਜ ਵਿੱਚ ਜਾਣਾ ਹੈ, 9 ਦਰਾਂ ਨੂੰ ਛੱਡਣਾ ਹੈ ਤੇ 9 ਦਰ ਪਾਉਣ ਦੁਆਰਾ ਖੁੱਲ੍ਹਦੇ ਨੇ। ਪਾਉਣ ਤੋਂ ਵੱਖ ਹੋ ਜਾਓਗੇ, ਸੁਣ ਵਿੱਚ ਚਲੇ ਜਾਓਗੇ, 9 ਦਰ ਬੰਦ ਹੋ ਜਾਣਗੇ। ਸੌਖਾ ਤਰੀਕਾ ਦੱਸ ਰਹੇ ਨੇ, ਸਿੱਧਾ ਨਹੀਂ ਤਰਿਆ ਜਾ ਸਕੇਗਾ, ਤੁਸੀਂ ਸ਼ਬਦ ਦੇ ਬੇੜੇ ਤੇ ਸਵਾਰ ਹੋ ਜਾਓ। ਤੇ ਕੀ ਆਪਾਂ ਨੂੰ ਦੱਸ ਰਹੇ ਨੇ, ਹੁਣ ਤੁਸੀਂ ਕੀ ਕਰੋ, ਇਸ ਭਵ ਸਾਗਰ ਵਿੱਚੋਂ ਨਿਕਲਣ ਵਾਸਤੇ, ਮਾਇਆ ਦੇ ਦੇਸ਼ ਨੂੰ ਪਾਰ ਕਰਨ ਵਾਸਤੇ, ਜਿਵੇਂ ਤੁਸੀਂ ਇੱਥੋਂ ਹੁਣ ਨਿਕਲਣਾ ਹੈ, ਮਨ ਨੇ ਸਫ਼ਰ ਕਰਨਾ ਹੈ ਇਸ ਭਵ ਸਾਗਰ ਦੇ ਵਿੱਚੋਂ। ਇਸ ਨੇ ਗੁਰੂ ਦੇ ਸ਼ਬਦ ਦੀ ਸੁਰਤ ਜੋੜੀ, ਧੁਨ ਵਿੱਚ ਧਿਆਨ ਲਾਇਆ, ਸ਼ਬਦ ਅਤੇ ਸੁਰਤ ਦਾ ਰਸਤਾ ਸ਼ੁਰੂ ਹੋ ਗਿਆ, ਜਿਸ ਨੂੰ ਗੁਰਬਾਣੀ ਦੇ ਵਿੱਚ ਲਿਵ ਦਾ ਰਸਤਾ ਕਿਹਾ ਗਿਆ। ਇਸ ਲਿਵ ਦੇ ਰਸਤੇ ਦੇ ਉੱਪਰ ਅਸੀਂ ਚੱਲ ਪਏ। ਚਲਦਿਆਂ ਚਲਦਿਆਂ ਜਦੋਂ ਇਹ ਵਿਚਾਰ ਖਤਮ ਹੋ ਗਏ, ਪਾਉਣ ਤੁਹਾਡੀ ਸਮ ਹੋ ਗਈ, ਤੁਸੀਂ ਮਨ ਤੁਹਾਡਾ ਸੁਣ ਵਿੱਚ ਸਮਾ ਗਿਆ। ਜਿਸ ਤਰ੍ਹਾਂ ਆਮ ਤੁਸੀਂ ਸੌਂਦੇ ਹੋ, ਹੁਣ ਤੁਸੀਂ ਸਿਮਰਨ ਕਰਦਿਆਂ ਕਰਦਿਆਂ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਏਗੀ। ਜਿਵੇਂ ਜਿਵੇਂ ਸਿਮਰਨ ਕਰਦਿਆਂ ਕਰਦਿਆਂ ਤੁਸੀਂ ਕਿਨਾਰੇ ਵੱਲ ਚੱਲੋਗੇ, ਦੇਹ ਨੂੰ ਛੱਡੋਗੇ, ਸੁਣ ਵਿੱਚ ਜਾਓਗੇ, ਸੁਣ ਵਿੱਚ ਜਾਂਦਿਆਂ ਜਾਂਦਿਆਂ ਤੁਸੀਂ ਸੁਣ ਵਿੱਚ ਸਮਾਉਣਾ ਸ਼ੁਰੂ ਕਰ ਦੇਣਾ ਹੈ। ਇਸ ਅਵਸਥਾ ਵਿੱਚ ਚੱਲਣਾ ਹੈ। ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲਹਾ ਲੰਘੀਐ ਜੇਤ। ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਆ ਨਦੀਆਂ ਦੇ ਵਿੱਚ, ਜਿਵੇਂ ਅੱਜ ਕੱਲ੍ਹ ਬੱਚੇ ਟਿਊਬਾਂ ਦੁਆਰਾ ਉਹ ਪਾ ਲੈਂਦੇ ਨੇ, ਹਵਾ ਭਰ ਲੈਂਦੇ ਨੇ ਟਿਊਬ ਦੇ ਵਿੱਚ, ਇੱਕ ਪਾਸੇ ਟਿਊਬ ਭਰ ਲੈਂਦੇ ਨੇ, ਦੂਸਰੇ ਹੱਥ ਨਾਲ ਉਹ ਪ੍ਰੈਕਟਿਸ ਕਰਦੇ ਨੇ ਤੈਰਨ ਦੀ। ਪਹਿਲੇ ਸਮਿਆਂ ਦੇ ਵਿੱਚ ਘਾਹ ਫੂਸ ਦਾ ਬਣਾ ਕੇ ਉਸ ਨੂੰ ਇੱਕ ਪਾਸੇ ਕਰ ਲੈਂਦੇ, ਦੂਸਰੇ ਹੱਥ ਨਾਲ ਉਹ ਪ੍ਰੈਕਟਿਸ ਕਰਦੇ ਤੈਰਨ ਦੀ। ਇਹ ਉਸ ਅਵਸਥਾ ਵਿੱਚ ਮਹਾਰਾਜ ਕਹਿੰਦੇ ਨੇ ਵੀ ਸਰੀਰ ਨੂੰ ਛੱਡਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਬੱਚੇ ਛੱਡ ਕੇ ਬਾਹਰ ਨਿਕਲ ਜਾਂਦੇ ਸਨ, ਉਹ ਨਾਲ ਨਹੀਂ ਸੀ ਲੈ ਕੇ ਜਾਂਦੇ। ਤੁਸੀਂ ਪਾਉਣ ਨੂੰ ਛੱਡੋ, ਤਨ ਨੂੰ ਛੱਡੋ ਤੇ ਅੱਗੇ ਜਾਓ ਜਿੱਥੇ ਤੁਹਾਡਾ ਘਰ ਹੈ। ਉਸ ਵਾਸਤੇ ਹੁਣ ਅਸੀਂ ਚੱਲਣਾ ਹੁੰਦਾ ਹੈ। ਜਦੋਂ ਸਿਮਰਨ ਕਰਦਿਆਂ ਕਰਦਿਆਂ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਗਈ, ਉੱਥੇ ਤੁਸੀਂ ਸਰੀਰ ਨੂੰ ਛੱਡ ਦੇਣਾ ਹੈ, ਪਾਉਣ ਨੂੰ ਛੱਡ ਦੇਣਾ ਹੈ, ਨੀਂਦ ਨੂੰ ਰੋਕਣਾ ਨਹੀਂ। ਜਿਵੇਂ ਜਿਵੇਂ ਸਿਮਰਨ ਕਰੋਗੇ, ਪਹਿਲੀ ਸਟੇਜ ਤੇ ਸੁਣ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਸਾਡਾ ਤਨ ਤੋਂ ਮਨ ਜਿਹੜਾ ਹੈ ਉਹ ਵੱਖ ਹੋ ਜਾਏਗਾ। ਇਹ ਸਾਡਾ ਪਹਿਲਾ ਕਵਰ ਹੋਏਗਾ ਸਟੈਪ। ਜਦੋਂ ਅਸੀਂ ਸਰੀਰ ਨੂੰ ਛੱਡਣਾ ਸਿੱਖ ਗਏ, ਸੁਣ ਵਿੱਚ ਸਮਾਉਣਾ ਸਿੱਖ ਗਏ, ਜੀਵਤ ਮਰਨਾ ਸਿੱਖ ਗਏ, ਇਸ ਤਰ੍ਹਾਂ ਹੁਣ ਜਿਹੜੇ ਗੁਰਮੁਖ ਨੇ ਉਹ ਇਸ ਰਸਤੇ ਤੇ ਚੱਲਦੇ ਨੇ, ਲਿਵ ਦੇ ਰਸਤੇ ਤੇ। ਇਸ ਨੂੰ ਸੰਤ ਕਾ ਮਾਰਗ ਵੀ ਤੇ ਧਰਮ ਕੀ ਪੌੜੀ ਵੀ ਕਿਹਾ ਗਿਆ ਹੈ। ਹੁਣ ਇਸ ਤਰੀਕੇ ਨਾਲ ਤੁਸੀਂ ਸੁਣ ਵਿੱਚ ਚਲੇ ਗਏ, ਨਾਮ ਤੱਕ ਹੁਣ ਤੁਸੀਂ ਸਫ਼ਰ ਕਰ ਰਹੇ ਹੋ, ਭਵ ਸਾਗਰ ਨੂੰ
ਇਸ ਨੂੰ ਤੁਸੀਂ ਪਾਰ ਕਰ ਗਏ ਤੇ ਕਿੱਥੇ ਚਲੇ ਗਏ? ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ। ਇੱਥੋਂ ਤੱਕ ਕੋਈ ਬਹੁਤਾ ਔਖਾ ਸਫ਼ਰ ਨਹੀਂ ਹੈ। ਸਿਰਫ ਤੁਸੀਂ ਵਿਚਾਰ ਹੀ ਰੋਕਣੇ ਨੇ। ਵਿਚਾਰ ਤੁਹਾਡੇ ਰੁਕ ਜਾਣਗੇ, ਤੁਸੀਂ ਸੁਣ ਵਿੱਚ ਬੈਠ ਜਾਓਗੇ। ਇਹ ਆਪਣਾ ਕੰਮ ਹੈ ਵਿਚਾਰ ਰੋਕਣਾ। ਜੇ ਤੁਸੀਂ ਇੱਥੋਂ ਚਲੇ ਗਏ, ਇੱਥੋਂ ਸ਼ਬਦ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਹੈ। ਜਿਵੇਂ ਜਿਵੇਂ ਤੁਸੀਂ ਸੁਣ ਵਿੱਚ ਸਮਾਉਂਦੇ ਜਾਓਗੇ, ਸੁਣ ਵਿੱਚ ਬੈਠਦੇ ਜਾਓਗੇ। ਹੁਣ ਇੱਥੇ ਸੁਣ ਵਿੱਚ ਦੋ ਬੇੜੇ ਪੈਂਦੇ ਨੇ। ਇੱਕ ਪਾਸੇ ਹੈ ਨਾਮ ਦਾ ਬੇੜਾ, ਸ਼ਬਦ ਦਾ ਜਹਾਜ਼, ਜਿੱਥੋਂ ਸਾਨੂੰ ਮਾਲਕ ਨੇ ਅੱਗੇ ਲੈ ਕੇ ਜਾਣਾ ਹੈ। ਇੱਕ ਪਾਸੇ ਹੈ ਕਾਲ ਦਾ ਬੇੜਾ, ਜਿਸ ਨੂੰ ਅਸੀਂ ਕਾਮ ਕ੍ਰੋਧ ਮੋਹ ਹੰਕਾਰ ਅੱਗੇ ਜਾ ਕੇ ਕਹਿ ਦਿੰਦੇ ਹਾਂ। ਹੁਣ ਇੱਥੇ ਜਿਹੜੇ ਗੁਰਮੁਖ ਨੇ ਉਹ ਸ਼ਬਦ ਤੇ ਸਵਾਰ ਹੋ ਜਾਂਦੇ ਨੇ ਸੁਣ ਵਿੱਚੋਂ, ਤੇ ਜਿਹੜੇ ਮਨਮੁਖ ਨੇ ਉਹ ਪੰਜਾਂ ਦੇ ਵਿੱਚੋਂ ਕਿਸੇ ਬੇੜੇ ਦੇ ਉੱਪਰ ਸਵਾਰ ਹੋ ਜਾਂਦੇ ਨੇ। ਸੁਖਮ ਖੇਲ ਹੈ। ਇੱਥੇ ਸਿਰਫ ਉਦਾਹਰਨ ਰੂਪ ਵਿੱਚ ਬਾਹਰ ਬੇੜੇ ਦਾ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ। ਖੇਲ ਚੱਲ ਰਿਹਾ ਹੈ ਧਿਆਨ ਦਾ, ਮਨ ਦਾ। ਤੁਸੀਂ ਸੁਣ ਵਿੱਚ ਹੋ, ਸੁਣ ਵਿੱਚੋਂ ਜੇ ਤਾਂ ਗੁਰਮੁਖ ਜਿਹੜੇ ਨੇ ਆਪਾਂ ਨੂੰ ਦੱਸ ਰਹੇ ਨੇ ਵੀ ਕਾਲ ਦੇ ਜਹਾਜ਼ ਤੇ ਮਨ ਸਵਾਰ ਹੋਇਆ, ਪੰਜਾਂ ਦਾ ਸੰਗੀ ਬਣ ਗਿਆ, ਉਹ ਡੁੱਬ ਗਿਆ। ਉਸ ਨੂੰ ਫਰਮਾ ਰਹੇ ਨੇ ਗੁਰਬਾਣੀ ਵਿੱਚ, ਆਈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ। ਵੀ ਪੰਜਾਂ ਵਿੱਚੋਂ ਕੋਈ ਲਹਿਰ ਆਈ, ਜਿਹੜਾ ਮਨਮੁਖ ਸੀ ਉਹ ਕਾਲ ਦੇ ਜਹਾਜ਼ ਤੇ ਸਵਾਰ ਹੋ ਗਿਆ, ਉਹ ਡੁੱਬ ਗਿਆ। ਇੱਥੇ ਹੁਣ ਅਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ, ਕਈ ਅਧੂਰੇ ਗਿਆਨੀ ਹੁੰਦੇ ਨੇ, ਕਈ ਅਧੂਰੇ ਸੰਤ ਹੁੰਦੇ ਨੇ। ਜਦੋਂ ਅਸੀਂ ਪਰਮਾਤਮਾ ਨੂੰ ਮਿਲਣ ਦੀ ਤੜਫ ਰੱਖਦੇ ਹਾਂ, ਉਹ ਸਾਨੂੰ ਕਹਿੰਦੇ ਨੇ, ਜਿਵੇਂ ਜਿਵੇਂ ਗੱਲ ਤਾਂ ਸ਼ੁਰੂ ਕਰਦੇ ਨੇ ਗੁਰਬਾਣੀ ਵਿੱਚੋਂ, ਪਰ ਹੌਲੀ ਹੌਲੀ ਧਿਆਨ ਜਿਹੜਾ ਹੈ ਉਹ ਆਪ ਦੀ ਮੱਤ ਦੁਆਰਾ ਦੱਸਣਾ ਸ਼ੁਰੂ ਕਰ ਦਿੰਦੇ ਨੇ। ਉਸ ਨਾਲ ਕੀ ਫਰਕ ਪੈਂਦਾ ਹੈ? ਜਿਹੜਾ ਜਿਗਿਆਸੂ ਹੈ, ਹੁਣ ਸੁਰਤੀ ਦਾ ਖੇਲ ਹੈ, ਧਿਆਨ ਦਾ ਖੇਲ ਹੈ। ਉਸ ਸੰਤ ਨੇ, ਉਸ ਗਿਆਨੀ ਨੇ ਕੀ ਕੀਤਾ? ਉਸ ਨੂੰ ਪਤਾ ਸੀ ਵੀ ਮਨ ਇੱਥੇ ਹੈ। ਉਸ ਨੇ ਹੌਲੀ ਹੌਲੀ ਸਾਨੂੰ ਗੁਰਬਾਣੀ ਦੁਆਰਾ ਵਿਚਾਰ ਦੇ ਕੇ ਇੱਥੋਂ ਚੁੱਕਿਆ, ਧਿਆਨ ਨੂੰ ਇੱਥੋਂ ਤੱਕ ਲਿਜਾ ਰਿਹਾ ਹੈ। ਸੁਣ ਵਿੱਚ ਅਸੀਂ ਸਫ਼ਰ ਕਰ ਰਹੇ ਹਾਂ, ਕਿਉਂਕਿ ਸੁਰਤੀ ਸਾਡੀ ਜਦੋਂ ਸ਼ਬਦ ਨਾਲ ਜੁੜ ਜਾਂਦੀ ਹੈ, ਇਹ ਨਿਜ ਘਰ ਵੱਲ ਸਫ਼ਰ ਹੁੰਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਇਸ ਤਰ੍ਹਾਂ ਹੁਣ ਉਸ ਨੇ ਜਿਵੇਂ ਜਿਵੇਂ ਠਹਿਰਾਓ ਵਿੱਚ ਜਾਣਾ ਹੈ, ਤੁਸੀਂ ਸਹਿਜ ਵਿੱਚ ਜਾਣਾ ਹੈ, ਮਨ ਨੇ ਇਕਾਗਰ ਹੋਣਾ ਹੈ, ਉਸ ਨੇ ਯਕਦਮ ਤੁਹਾਡੇ ਅੱਗੇ ਇੱਕ ਫੁਰਨਾ ਖੜਾ ਕਰ ਦੇਣਾ ਹੈ। ਉਸ ਸੰਤ ਨੇ, ਉਸ ਗਿਆਨੀ ਨੇ, ਉਸ ਨੇ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ? ਤੁਸੀਂ ਆਖੋਗੇ ਵੀ ਹਾਂ, ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਹੁਣ ਦੇਖਿਆ ਉਸਨੇ ਵੀ ਨਹੀਂ ਕਦੀ ਪਰਮਾਤਮਾ, ਦੇਖਿਆ ਤੁਸੀਂ ਵੀ ਨਹੀਂ ਕਦੀ ਪਰਮਾਤਮਾ। ਉਸਨੇ ਕਹਿ ਦਿੱਤਾ ਵੀ ਜਿਸ ਨੇ, ਜਿਸ ਦਾ ਦਰਸ਼ਨ ਕਰਨ ਨੇ, ਉਹ ਹੁਣ ਨੇਤਰ ਬੰਦ ਕਰੋ ਤੇ ਉਧਰ ਧਿਆਨ ਲੈ ਜਾਓ। ਜੇ ਹੁਣ ਇੱਥੇ ਅਸੀਂ ਅਧੂਰੇ ਗਿਆਨੀ ਕੋਲ ਗਏ ਹਾਂ, ਕਿਸੇ ਨੇ ਸਾਡਾ ਧਿਆਨ ਕਿਸੇ ਆਪ ਦੇ ਸਰੀਰ ਤੇ ਟਿਕਾ ਦੇਣਾ ਹੈ, ਕਿਸੇ ਨੇ ਦੇਵੀ ਦੇ ਉੱਪਰ ਟਿਕਾ ਦੇਣਾ ਹੈ, ਕਿਸੇ ਨੇ ਸਾਨੂੰ ਕਹਿ ਦੇਣਾ ਹੈ ਵੀ ਕਿਸੇ ਹੋਰ ਅਸਥਾਨ ਵੱਲ ਲੈ ਜਾਓ, ਉੱਥੇ ਦਰਸ਼ਨ ਕਰੋ, ਕਿਸੇ ਗੁਰੂ ਵੱਲ ਕਰ ਲਓ ਧਿਆਨ, ਉਹ ਸਰੀਰ ਰੂਪ ਵਿੱਚ ਉੱਥੇ ਤੁਹਾਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ। ਇੱਥੇ ਜਿਹੜੀ ਮਾਇਆ ਹੈ, ਕਾਲ ਮਾਇਆ ਦੁਆਰਾ ਸੂਖਮ ਆਕਾਰ ਖੜੇ ਕਰ ਦਿੰਦਾ ਹੈ। ਜਦੋਂ ਅਸੀਂ ਸੁਣ ਵਿੱਚੋਂ ਕਿਸੇ ਦੇ ਕਹੇ ਤੇ ਦ੍ਰਿਸ਼ਟਮਾਨ ਫੁਰਨਾ ਬਣਾ ਕੇ ਧਿਆਨ ਵਿੱਚ ਬੈਠ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਬਹੁਤ ਸਾਰੇ ਜੀਵ ਅਧੂਰੇ ਜਿਹੜੇ ਸਾਧੂ ਨੇ, ਅਧੂਰੇ ਸੰਤ ਨੇ, ਉਹ ਆਪਦੇ ਨਾਲ ਜਾਂ ਕਿਸੇ ਦ੍ਰਿਸ਼ਟਮਾਨ ਸਰੀਰ ਦੇ ਨਾਲ ਜੋੜ ਦਿੰਦੇ ਨੇ। ਉਹ ਕਹਿੰਦੇ ਨੇ ਵੀ ਜੇ ਤੁਹਾਨੂੰ ਸੁਣ ਵਿੱਚੋਂ ਉਹ ਗੁਰਮੁਖ ਪਿਆਰੇ ਮਿਲਦੇ ਨੇ ਤੇ ਬਹੁਤ ਅੱਛਾ ਹੈ, ਤੁਹਾਡਾ 10ਵਾਂ ਦੌਰ ਖੁੱਲ ਗਿਆ ਹੈ, ਤੁਹਾਡੇ ਅੰਦਰ ਨਾਮ ਪ੍ਰਗਟ ਹੋ ਗਿਆ ਹੈ, ਤੁਸੀਂ ਮੁਕਤ ਹੋ। ਇੱਥੇ ਖਾਸ ਤੌਰ ਤੇ ਧਿਆਨ ਰੱਖਣਾ ਹੈ।
ਇਹ ਉਹਨਾਂ ਵਾਸਤੇ ਹੈ ਜਿਹੜੇ ਚੱਲ ਰਹੇ ਨੇ। ਜਿਹੜੇ ਡੁੱਬਦੇ ਨੇ ਉਹਨਾਂ ਵਾਸਤੇ ਕੋਈ ਧਿਆਨ ਦਾ ਮਤਲਬ ਨਹੀਂ, ਉਹਨਾਂ ਨੂੰ ਅਰਥ ਹੀ ਨਹੀਂ ਹੈ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਜਿਹੜੇ ਪਰਮਾਤਮਾ ਨੂੰ ਮਿਲਣ ਵਾਸਤੇ ਥੋੜ੍ਹਾ ਬਹੁਤਾ ਗਿਆਨ ਲੈ ਕੇ ਚੱਲਦੇ ਨੇ, ਸੋਚਦੇ ਨੇ, ਕੁਝ ਵਿਚਾਰਦੇ ਨੇ, ਉਹ ਕਿਸੇ ਨਾ ਕਿਸੇ ਸੰਤ ਦੇ ਨਾਲ ਜੁੜੇ ਹੋਏ ਨੇ। ਉਸ ਸੰਤ ਤੋਂ ਤੁਸੀਂ ਇਸ ਗੱਲੋਂ ਸਾਵਧਾਨ ਰਹਿਣਾ ਹੈ ਵੀ ਉਹ ਕਿਤੇ ਤੁਹਾਨੂੰ ਕਿਸੇ ਅਸਥੂਲ ਦੇ ਨਾਲ, ਕਿਸੇ ਦ੍ਰਿਸ਼ਟਮਾਨ ਦੇ ਨਾਲ ਨਾ ਜੋੜ ਦੇ, ਚਾਹੇ ਉਹ ਉਸ ਦਾ ਆਪਦਾ ਹੀ ਆਕਾਰ ਕਿਉਂ ਨਾ ਹੋਵੇ। ਇੱਥੇ ਅਰਬਾਂ ਦੇ ਵਿੱਚ, ਕਰੋੜਾਂ ਦੇ ਵਿੱਚ ਜੀਵ ਜੁੜੇ ਹੋਏ ਨੇ, ਜਿਹੜੇ ਸੁਣ ਵਿੱਚ ਬੈਠ ਕੇ ਕਿਸੇ ਸੰਤ ਦਾ, ਸਾਧੂ ਦਾ ਧਿਆਨ ਧਰਦੇ ਨੇ। ਉਹ ਕਾਲ ਮਾਇਆ ਦੁਆਰਾ ਫੁਰਨਾ ਪੈਦਾ ਕਰਦਾ ਹੈ ਤੇ ਸੂਖਮ ਆਕਾਰ ਉੱਥੇ ਬਣ ਜਾਂਦਾ ਹੈ। ਐਸੀ ਅਵਸਥਾ ਵਿੱਚ ਚੱਲ ਰਹੇ ਨੇ। ਇੱਥੇ ਹੁਣ ਗੁਰਬਾਣੀ ਦੁਆਰਾ ਤੁਸੀਂ ਦੇਖਣਾ ਹੈ। ਗੁਰਬਾਣੀ ਚੌਥੇ ਪਦ ਦੀ ਹੈ, ਉਹ ਤ੍ਰੈ ਗੁਣਾ ਤੋਂ ਉੱਪਰ ਦੀ ਗੱਲ ਕਰਦੀ ਹੈ। ਤੇ ਕੀ ਸਾਨੂੰ ਦੱਸ ਰਹੇ ਨੇ ਉੱਥੇ ਵੀ ਉੱਥੇ ਕਿਸੇ ਕਿਸਮ ਦਾ ਆਕਾਰ ਨਹੀਂ ਹੈ। ਜਿੱਥੋਂ ਤੁਸੀਂ ਪਾਰ ਲੰਘਣਾ ਹੈ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਸ਼ਬਦ ਦਾ ਬੇੜਾ ਹੈ, ਅਨਹਦ ਸ਼ਬਦ ਚੱਲ ਰਿਹਾ ਹੈ। ਉਸ ਧੁਨ ਦੁਆਰਾ ਤੁਸੀਂ ਸਫ਼ਰ ਕਰਨਾ ਹੈ, ਨਾ ਕਿ ਕਿਸੇ ਅਸਥੂਲ ਆਕਾਰ ਨੂੰ ਧਿਆਨ ਵਿੱਚ ਰੱਖਣਾ ਹੈ। ਇਸ ਤਰ੍ਹਾਂ ਫਿਰ ਜਦੋਂ ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਤੇ ਸਾਡੀ ਸੁਰਤੀ ਇੱਥੇ ਰੁਕ ਜਾਂਦੀ ਹੈ। ਜਿਹੜਾ ਇੱਥੇ ਦਾ ਇਲਾਕਾ ਹੈ, ਇਸ ਨੂੰ ਗੁਰਬਾਣੀ ਵਿੱਚ ਗੰਧਰਵ ਨਗਰੀ, ਇਸ ਨੂੰ ਮਿਰਗ ਤ੍ਰਿਸ਼ਨਾ ਤੇ ਮਾਇਆ ਜਾਲ ਕਿਹਾ ਹੈ। ਅਣਗਿਣਤ ਜੀਵ ਇੱਥੇ ਰੁਕੇ ਹੋਏ ਨੇ। ਉਹ ਸ਼ਬਦ ਨਾਲ ਨਹੀਂ ਜੁੜਦੇ, ਉਹਨਾਂ ਦਾ ਧਿਆਨ ਇਸ ਸੂਖਮ ਆਕਾਰਾਂ ਵਿੱਚ ਆ ਜਾਂਦਾ ਹੈ ਤੇ ਉਹ ਉਸੇ ਨੂੰ ਹੀ ਆਪ ਦਾ ਘਰ ਸਮਝ ਬੈਠਦੇ ਨੇ। ਤੇ ਗੁਰਬਾਣੀ ਦੀ ਕਸਵੱਟੀ ਆਪਾਂ ਚੈੱਕ ਕਰਨੀ ਹੈ। ਇੱਥੇ ਹੁਣ ਮਹਾਰਾਜ ਦੱਸ ਰਹੇ ਨੇ ਆਪਾਂ ਨੂੰ, ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਣਹਾਰ, ਤਿੱਥੈ ਪਵਨ ਨਾ ਪਾਵ ਕੋ ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚੇ ਨਾਏ ਭਵ ਜਲ ਤਾਰਨਹਾਰ। ਕਹਿਣ ਤੋਂ ਭਾਵ ਵੀ ਉੱਥੇ ਕੋਈ ਵੀ ਆਕਾਰ ਨਹੀਂ ਹੈ, ਸੁੰਨ ਹੀ ਸੁੰਨ ਹੈ। ਸੁੰਨ ਵਿੱਚੋਂ ਸ਼ਬਦ ਪ੍ਰਗਟ ਹੋਏਗਾ। ਹੁਣ ਜਿਹੜੇ ਗੁਰਮੁਖ ਨੇ ਉਹ ਸ਼ਬਦ ਤੇ ਸਵਾਰ ਹੋਏ। ਜਿਵੇਂ ਜਿਵੇਂ ਸ਼ਬਦ ਪ੍ਰਗਟ ਹੋ ਰਿਹਾ ਹੈ ਸੁੰਨ ਵਿੱਚ ਬੈਠਿਆਂ, ਉਹਨਾਂ ਨੇ ਆਪਣਾ ਧਿਆਨ ਉਸ ਸ਼ਬਦ ਵਿੱਚ ਲਾ ਦਿੱਤਾ, ਨਾਮ ਦੇ ਵਿੱਚ ਲਾ ਦਿੱਤਾ। ਧਿਆਨ ਸ਼ਬਦ ਵਿੱਚ ਜੁੜਿਆ, ਸ਼ਬਦ ਤੇਜ਼ ਹੁੰਦਾ ਜਾ ਰਿਹਾ ਹੈ, ਸੁਰਤੀ ਆਪਦੇ ਘਰ ਵੱਲ ਸਫ਼ਰ ਕਰ ਰਹੀ ਹੈ। ਇੱਥੇ ਮਹਾਰਾਜ ਨੇ ਕਿਹਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਵੇਂ ਜਿਵੇਂ ਸੁਰਤੀ ਅਤੇ ਸ਼ਬਦ ਦਾ ਆਪਸ ਵਿੱਚ ਪਿਆਰ ਪੈਂਦਾ ਜਾਏਗਾ, ਸੁਣਨ ਦੇ ਵਿੱਚੋਂ ਮਨ ਪਾਰ ਹੁੰਦਾ ਜਾਏਗਾ, ਇਸ ਭਵਜਲ ਦੇ ਵਿੱਚੋਂ ਨਿਕਲਦਾ ਜਾਏਗਾ। ਉਸ ਤੋਂ ਬਾਅਦ ਜਿਹੜਾ ਮਨ ਹੈ ਉਹ ਆਪਦੇ ਘਰ ਚਲਾ ਜਾਏਗਾ, ਜਿੱਥੇ ਸਾਨੂੰ ਜੋਤ ਪ੍ਰਗਟ ਹੋ ਜਾਏਗੀ। ਅਸੀਂ ਨਿਰੰਕਾਰ ਦੇ ਦੇਸ਼ ਵੱਲ ਸਫ਼ਰ ਸ਼ੁਰੂ ਹੋ ਜਾਏਗਾ, ਪ੍ਰਵੇਸ਼ ਕਰ ਜਾਵਾਂਗੇ ਆਪਦੇ ਘਰ ਦੇ ਵਿੱਚ। ਸੋ ਇੱਥੇ ਹੁਣ ਗੁਰਬਾਣੀ ਵਿੱਚ ਮਹਾਰਾਜ ਨੇ ਦੱਸਿਆ ਹੈ, ਇਹ ਹੈ ਸ਼ਬਦ ਜਿਹੜਾ ਅੰਦਰ ਸੁਣ ਵਿੱਚੋਂ ਪ੍ਰਗਟ ਹੋ ਰਿਹਾ ਹੈ। ਇਸ ਨੂੰ ਗੁਰਬਾਣੀ ਦੇ ਵਿੱਚ ਅਨਹਦ ਸ਼ਬਦ ਕਹਿੰਦੇ ਨੇ। ਇਸ ਅਨਹਦ ਸ਼ਬਦ ਵਿੱਚ ਧਿਆਨ ਜੁੜਿਆ ਤੇ ਫਿਰ ਮਨ ਘਰ ਚਲਾ ਗਿਆ। ਤੇ ਜਿਹੜੇ ਇਸ ਤਰ੍ਹਾਂ ਗਏ ਆਪਦੇ ਘਰ ਦੇ ਵਿੱਚ, ਉਹ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ ਵੀ ਅਸੀਂ ਪਾਰ ਹੁੰਦੇ ਉਹ ਦੇਖੇ ਨੇ। ਪਾਰ ਪਵੰਦੜੋ ਡਿਠ ਮੈਂ ਸਤਿਗੁਰ ਬੋਹਿਥ ਚੜ। ਵੀ ਜਿਹੜੇ ਸਤਿਗੁਰੂ ਦੇ ਜਹਾਜ਼ ਤੇ ਸਵਾਰ ਹੋਏ, ਉਹ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਅਸੀਂ ਪਾਰ ਹੁੰਦੇ ਦੇਖੇ ਨੇ। ਸੋ ਇਸ ਕਰਕੇ ਜਦੋਂ ਅਸੀਂ ਫਿਰ ਸ਼ਬਦ ਵਿੱਚ ਧਿਆਨ ਲਾ ਕੇ ਅੱਗੇ ਚੱਲਾਂਗੇ, ਸਾਨੂੰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ। ਨੇਤਰ ਸਾਡੇ ਬੰਦ ਹੋਣਗੇ, ਪਰ ਅੰਤਰਗਤ ਸਾਡੇ ਜੋਤ ਪ੍ਰਗਟ ਹੋ ਜਾਏਗੀ। ਉਹ ਅਵਸਥਾ ਵਿੱਚ ਚਲੇ ਜਾਵਾਂਗੇ, ਨਿਸ ਦਾਮਨ ਜਿਉਂ ਚਮਕ ਚੰਦਾਇਣ ਦੇਖੇ, ਅਹਨਸ ਜੋਤ ਨਿਰੰਤਰ ਵੇਖੇ। ਉਥੇ ਜਿਸ ਤਰ੍ਹਾਂ ਇਹ ਬਾਹਰਲੇ ਨੇਤਰ, ਜੇ ਤੁਸੀਂ ਇਹਨਾਂ ਦੁਆਰਾ ਧਿਆਨ ਲਾਉਣ ਦੀ ਕੋਸ਼ਿਸ਼ ਕਰੋਗੇ, ਇਹ ਅੱਖਾਂ ਬਹੁਤੀ ਦੇਰ ਨਹੀਂ ਰੱਖ ਸਕੋਗੇ ਖੁੱਲੀਆਂ, ਇਹ ਬੰਦ ਹੋ ਜਾਣਗੀਆਂ, ਕਿਉਂਕਿ ਇਹ ਪਾਉਣ ਦੁਆਰਾ ਖੁੱਲ੍ਹਦੀਆਂ ਨੇ। ਉਹ ਨੇਤਰ ਹੋਰ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਦੇਖਣਾ ਹੈ। ਸੇ ਅਖੜੀਆਂ ਬਿਆਨ ਜਿਨ੍ਹਾਂ ਦੇ ਸੰਦੜੋ ਮਾਂ ਪੇਰੀ। ਉਹ ਅੱਖਾਂ ਹੋਰ ਨੇ। ਉਸ ਵਾਸਤੇ ਤੁਸੀਂ ਕੀ ਕਰੋ, ਉਸ ਵਾਸਤੇ ਤੁਸੀਂ ਕੀ ਕਰੋ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੱਸ ਦਿੱਤਾ ਹੈ ਵੀ ਜਿਹੜੇ ਗੁਰਮੁਖ ਨੇ ਉਹਨਾਂ ਨੇ ਸ਼ਬਦ ਦੁਆਰਾ
ਧਿਆਨ ਨੂੰ ਜੋੜ ਕੇ ਨਿਜ ਮਹਿਲ ਦੇ ਵਿੱਚ ਲੈ ਕੇ ਜਾਣਾ ਹੈ। ਇਹ ਕੋਸ਼ਿਸ਼ ਕਰਕੇ ਜਦੋਂ ਪ੍ਰਕਾਸ਼ ਹੋ ਜਾਏਗਾ ਉੱਥੇ ਫਿਰ ਅਸੀਂ ਬੈਠ ਜਾਣਾ ਹੈ ਧਿਆਨ ਦੇ ਵਿੱਚ। ਉਹ ਜਿੰਨਾ ਮਰਜ਼ੀ ਦੇਰ ਤੁਸੀਂ ਦੇਖੀ ਜਾਓ, ਫਿਰ ਤੁਹਾਡੇ ਅੱਖਾਂ ਇਹ ਥਕਾਵਟ ਨਹੀਂ ਆਏਗੀ। ਜਦੋਂ ਬਾਹਰ ਮੁਖੀ ਚੱਲੋਗੇ ਇਹ ਨੇਤਰ ਥੱਕ ਜਾਣਗੇ, ਇਹ ਸਿਰ ਲੋਡ ਮੰਨਣਾ ਸ਼ੁਰੂ ਕਰ ਦੇਗਾ, ਅੱਖਾਂ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਜਾਏਗਾ। ਤੇ ਬਹੁਤ ਸਾਰੇ ਜੀਵ ਇਸੇ ਨੂੰ ਧਿਆਨ ਸਮਝ ਕੇ ਪ੍ਰੈਕਟਿਸ ਕਰਦੇ ਰਹਿੰਦੇ ਨੇ। ਅਸਲੀ ਤਤ ਗਿਆਨ ਤੋਂ, ਗੁਰਮਤਿ ਵਿਵੇਕ ਤੋਂ ਉਹ ਅਗਿਆਨੀ ਨੇ ਅਗਿਆਨਤਾ ਵਿੱਚ ਚੱਲਦੇ ਨੇ। ਸੋ ਉਹ ਕੋਸ਼ਿਸ਼ ਆਪਾਂ ਕਰਦਿਆਂ ਹੋਇਆਂ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ, ਉਸ ਅਵਸਥਾ ਵਿੱਚ ਅਸੀਂ ਚਲੇ ਜਾਣਾ ਹੈ। ਲੋਇਣ ਦੇਖ ਰਹੇ ਬੇਸਮਾਦੀ, ਚਿੱਤ ਅਦ੍ਰਿਸ਼ਟ ਲਗਾਏ, ਅਦ੍ਰਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਿਲਾਏ। ਉਸ ਤੋਂ ਬਾਅਦ ਜਦੋਂ ਅੰਦਰ ਜੋਤ ਪ੍ਰਗਟ ਹੋ ਜਾਏਗੀ, ਫਿਰ ਅਸੀਂ ਬਾਹਰ ਜਦੋਂ ਦੇਖਾਂਗੇ ਸਾਨੂੰ ਬਾਹਰ ਵੀ ਦਿਸੇਗਾ। ਫਿਰ ਸਾਡਾ ਪਿਆਰ ਸਰਗੁਣ ਰੂਪ ਦੇ ਨਾਲ ਵੀ ਪੈ ਜਾਏਗਾ, ਕਿਉਂਕਿ ਘਟ ਘਟ ਦੇ ਵਿੱਚ ਉਸੇ ਦੀ ਜੋਤ ਉਹ ਕੰਮ ਕਰ ਰਹੀ ਹੈ। ਸੋ ਇਹ ਅਕਥ ਦੀ ਕਹਾਣੀ, ਇਹ ਮਿਲਾਪ ਦੀ ਕਥਾ ਜੋ ਗੁਰਬਾਣੀ ਨੇ ਆਪਾਂ ਨੂੰ ਸਮਝਾਈ, ਉਹ ਹੁਣ ਆਪਾਂ ਨੇ ਇਸ ਚੀਜ਼ ਨੂੰ ਵਿਚਾਰ ਕੇ ਚੱਲਣਾ ਹੈ। ਅੱਜ ਦਾ ਜੋ ਆਪਣਾ ਸਬਜੈਕਟ ਉਹ ਇਹੀ ਸੀ ਕਿ ਦ੍ਰਿਸ਼ਟੀ ਦੇ ਬੇੜੇ ਨੂੰ ਕਿਸ ਤਰ੍ਹਾਂ ਗੁਰਮੁਖ ਇਕੱਠਾ ਕਰਦੇ ਨੇ, ਸ਼ਬਦ ਦੇ ਨਾਲ ਜੋੜਦੇ ਨੇ, ਨਾਮ ਦੇ ਨਾਲ ਜੋੜਦੇ ਨੇ, ਤੇ ਉਹ ਦ੍ਰਿਸ਼ਟੀ ਜਦੋਂ ਅੰਦਰ ਜਾ ਕੇ ਖੁੱਲ੍ਹਦੀ ਹੈ ਉਸ ਵਕਤ ਉਹ ਕੰਮ ਕਰਦੀ ਹੈ। ਉਸ ਦ੍ਰਿਸ਼ਟੀ ਦਾ ਇਸਤੇਮਾਲ ਗੁਰਮੁਖ ਕਰਦੇ ਨੇ, ਉਹ ਅੰਮ੍ਰਿਤ ਦ੍ਰਿਸ਼ਟ ਹੈ। ਜਦੋਂ ਬਾਹਰ ਮੁਖੀ ਚੱਲਦੇ ਨੇ ਦ੍ਰਿਸ਼ਟੀ ਕੁਝ ਹੋਰ ਬਣ ਜਾਂਦੀ ਹੈ, ਉਹ ਕਾਲ ਦੇ ਅਧੀਨ ਹੁੰਦੀ ਹੈ, ਉੱਥੇ ਕਈ ਕਿਸਮ ਦੀਆਂ ਰੁਕਾਵਟਾਂ ਨੇ। ਸੋ ਇਸ ਕਰਕੇ ਜਿਹੜੇ ਜਿਗਿਆਸੂ ਜੀਵ ਨੇ ਉਹ ਕਦੇ ਵੀ, ਜਦੋਂ ਵੀ ਤੁਸੀਂ ਕੋਈ ਧਿਆਨ ਦਾ ਅਭਿਆਸ ਕਰਦੇ ਹੋ, ਉਹ ਐਸੇ ਕਿਸੇ ਗੁਰਮੁਖ ਦਾ ਹੀ ਸੰਗ ਕਰੋ ਜਿਹੜਾ ਖੁਦ ਦਰਗਾਹ ਦੇ ਵਿੱਚ ਆਉਂਦਾ ਜਾਂਦਾ ਹੋਵੇ, ਜਿਹੜਾ ਤ੍ਰੈ ਗੁਣਾਂ ਦੇ ਵਿੱਚ ਹੋਵੇ, ਜਿਹੜਾ ਅਜੇ ਦੁਬਦਾ ਦੋ ਚੇਤਾ ਹੋਵੇ ਤੇ ਆਪ ਨਾ ਭਵ ਸਾਗਰ ਨੂੰ ਤਰਿਆ ਹੋਵੇ, ਉਹ ਆਕਾਰ ਨਾਲ ਜੋੜਦਾ ਹੋਵੇ। ਤੇ ਫਿਰ ਜਦੋਂ ਅਸੀਂ ਐਸੇ ਕਿਸੇ ਮਨ ਦਾ ਸੰਗਤ ਕਰਾਂਗੇ, ਉਹ ਫਿਰ ਡਿਸਟਰਬ ਹੋਏਗਾ ਧਿਆਨ ਤੇ ਅਪਸੈਟ ਹੋਏਗਾ ਮਨ। ਧਿਆਨ ਦਾ ਖੇਲ ਬੜਾ ਬਰੀਕ ਹੁੰਦਾ ਹੈ। ਗੁਰਮੁਖਾਂ ਤੋਂ ਬਿਨਾਂ, ਇੱਕ ਸਹੀ ਗਾਈਡਲਾਈਨ ਤੋਂ ਬਿਨਾਂ ਗਲਤ ਲੱਗਿਆ ਹੋਇਆ ਧਿਆਨ ਜੀਵ ਜਿਹੜੇ ਨੇ ਉਹ ਆਪ ਦਾ ਨੁਕਸਾਨ ਕਰਾ ਲੈਂਦੇ ਨੇ। ਸੋ ਇਸ ਕਰਕੇ ਸੂਖਮ ਖੇਲ ਹੈ। ਗੁਰੂ ਦੀ ਮੱਤ ਦੁਆਰਾ, ਸ਼ਬਦ ਗੁਰੂ ਦੇ ਅਧੀਨ ਹੋ ਕੇ ਮਨ ਨੂੰ ਜਗਾਈਏ। ਟੁੱਟੀ ਹੋਈ ਸ਼ਬਦ ਨਾਲ ਹੀ ਜੁੜਦੀ ਹੈ, ਨਾਮ ਨਾਲ ਹੀ ਜੁੜਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਗੁਰਬਾਣੀ ਦੇ ਵਿੱਚ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਸੋ ਗੁਰੂ ਦੀ ਮੱਤ ਸ਼ਬਦ ਅਤੇ ਸੁਰਤ ਦਾ ਸਫ਼ਰ ਸਿਖਾਉਂਦੀ ਹੈ। ਇਹ ਕੋਸ਼ਿਸ਼ ਕਰਨੀ ਹੈ। ਅਗਲੇ ਬੁੱਧਵਾਰ ਇਸੇ ਤਰ੍ਹਾਂ ਵਿਚਾਰ ਨੂੰ ਲੈ ਕੇ ਚੱਲਾਂਗੇ ਤੇ ਨਾਲ ਨਾਲ ਆਪਣੇ ਅੱਗੇ ਦੀ ਤਰ੍ਹਾਂ ਜੋ ਰੂਟੀਨ ਦੇ ਸਮਾਗਮ ਨੇ ਉਹ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣਗੇ। ਜਿਵੇਂ ਜਿਵੇਂ ਉਹ ਚੱਲਣਗੇ ਆਪ ਜੀ ਲਾਹਾ ਲੈ ਸਕਦੇ ਹੋ। ਹੋਈਆਂ ਗਲਤੀਆਂ ਤੇ ਖਿਮਾ ਬਖਸ਼ਣਾ ਜੀ। ਬੇਅੰਤੀ ਗੁਰੂ ਘਰ ਦੇ ਚਾਕਰ ਹਾਂ, ਇੱਥੇ ਨੌਕਰੀ ਕਰਦਿਆਂ, ਗੁਰੂ ਘਰ ਦੀ ਚਾਕਰੀ ਕਰਦਿਆਂ, ਬੇਅੰਤੀ ਸ਼ਬਦ ਦੀ ਵਿਚਾਰ ਕਰਦਿਆਂ ਅੱਖਰ ਵਾਧਾ ਘਾਟਾ ਕੋਈ ਹੁੰਦਾ ਹੈ, ਸੰਗਤ ਤੇ ਗੁਰੂ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।